ਆਪਾਂ ਇਸ ਕਰਕੇ ਇਕੱਠੇ ਹੋਏ ਆ ਕਿ ਜਿਹੜੀਆਂ ਪਰਸੋਂ ਕੈਬਨਿਟ ਨੇ ਦੋ MLAs ਦੇ ਬੇਟਿਆਂ ਨੂੰ ਜਿਹੜੀ ਆ ਨੌਕਰੀ ਦਿੱਤੀ ਆ। ਬਦਕਿਸਮਤੀ ਇਹ ਆ ਕਿ ਸਾਡੇ ਕੋ ਕਿੰਨੀਆਂ ਹੀ ਚਾਹੇ ਉਹ ਸਾਡੇ ਦੇਸ਼ ਦੀ ਸੇਵਾ ਕਰਕੇ ਉਹਨਾਂ ਦੀ ਜਾਨ ਚਲੇ ਗਈ, ਚਾਹੇ ਇਹੋ ਜਿਹੇ ਹੋਰ ਅਫੈਕਟਡ ਬੰਦੇ ਹੈਗੇ ਆ, ਅਸੀਂ ਉਹਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਅਸੀਂ ਇਹੋ ਜਿਹੇ ਪੈਰਾਮੀਟਰ ਚੁਣੇ ਆ ਕਿ ਜਿਹੜੇ ਮੇਰਾ ਖਿਆਲ ਹੈ ਕਿ ਹੁਣ ਤਾਂ ਮੈਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਪੈਰਾਮੀਟਰ ਕਿਸ ਪੈਰਾਮੀਟਰ ਤੇ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਂਦੀ ਹੈ। ਔਰ ਉਸ ਕੈਬਨਿਟ ਦੇ ਵਿੱਚ 5 ਮੰਤਰੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਪੋਜ਼ ਕੀਤਾ, ਕਿਉਂਕਿ ਜਿੱਥੇ ਗਰਾਊਂਡ ਰਿਐਲਿਟੀ ਦੀ ਗੱਲ ਹੈ ਉੱਥੇ ਸਰਕਾਰ ਦੀ ਪਰਸੈਪਸ਼ਨ ਦੀ ਵੀ ਗੱਲ ਹੈ। ਤੇ ਇਹੋ ਜਿਹੀਆਂ ਨੌਕਰੀਆਂ ਦੇ ਕੇ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਅਸੀਂ ਕੀ ਪਰਸੈਪਸ਼ਨ ਕ੍ਰੀਏਟ ਕਰਨਾ ਚਾਹੁੰਦੇ ਆ। ਅੱਛਾ, ਮੈਂ ਹਮੇਸ਼ਾ ਇੱਕ ਗੱਲ ਤੇ ਕਹਿਣਾ ਹੁੰਨਾ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕਪੈਸਿਟੀ ਹੈਗੀ ਆ, ਐਡਮਿਨਿਸਟ੍ਰੇਟਿਵ ਐਬਿਲਿਟੀ ਹੈਗੀ ਆ। 5 ਮਿਨਿਸਟਰਸ ਦੇ ਅਪੋਜ਼ ਕਰਨ ਦੇ ਬਾਵਜੂਦ ਵੀ ਇਸ ਗੱਲ ਤੇ ਸੁਹਿਰਦ ਰਹਿਣਾ ਵੀ ਮੈਂ ਤਾਂ ਇਹ 2 MLA ਨੂੰ ਜਿਹੜਾ ਆ ਉਹ ਆਪਣੇ ਧੜੇ ਦੇ ਨਾਲ ਰੱਖਣਾ। ਅੱਛਾ, ਬੇਸਿਕਲੀ ਮੈਨੂੰ ਤਾਂ ਐਂ ਲੱਗਦਾ ਇਹ ਹਾਰਸ ਟ੍ਰੇਡਿੰਗ ਨਹੀਂ ਤਾਂ ਹੋਰ ਕੀ ਹੈ। ਅਨਫੋਰਚੂਨੇਟ ਕਿ ਅਸੀਂ ਇਹੋ ਜੀ ਸੋਚ, ਔਰ ਮੈਂ ਉਹਦੇ ਨਾਲ ਨਾਲ ਮੀਡੀਆ ਨੂੰ ਵੀ ਰਿਕੁਐਸਟ ਕਰੂੰਗਾ ਕਿਉਂਕਿ ਇਹ ਲੜਾਈ ਨਵਜੋਤ ਸਿੰਘ ਸਿੱਧੂ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ, ਇਹ ਲੜਾਈ ਇਸ਼ੂਜ਼ ਦੀ ਲੜਾਈ ਹੈਗੀ ਆ। ਹੌਲੀ ਹੌਲੀ ਪਰਸੈਪਸ਼ਨ ਕੀ ਕ੍ਰੀਏਟ ਹੋ ਗਈ ਕਿ ਇਹ 2 ਪਰਸਨੈਲਿਟੀਜ਼ ਜਿਹੜੀਆਂ ਲੜ ਰਹੀਆਂ, ਪਰਸਨੈਲਿਟੀਜ਼ ਨਹੀਂ ਲੜ ਰਹੀਆਂ। ਕੋਈ ਧੜਾ ਨਹੀਂ ਹੈ ਕਾਂਗਰਸ ਦੇ ਵਿੱਚ, ਕਿਉਂਕਿ ਤੁਸੀਂ ਮੈਨੂੰ ਪਤਾ ਕੁਐਸਚਨ ਇਹ ਕਰਨਾ ਵੀ ਉਹ ਧੜੇ ਹੋ ਗਏ ਜੀ, ਇੱਦਾਂ ਹੋ ਗਿਆ ਜੀ, ਇੱਦਾਂ ਹੋ ਗਿਆ। ਇਹ ਇੱਕ ਕ੍ਰੀਏਸ਼ਨ ਹੈ। ਮੈਂ ਤਾਂ ਹਮੇਸ਼ਾ ਇੱਕ ਲੌਜਿਕ ਦੀ ਗੱਲ ਕੀਤੀ ਆ, ਹਮੇਸ਼ਾ ਇੱਕ ਉਹਨਾਂ ਚੀਜ਼ਾਂ ਦੀ ਗੱਲ ਕੀਤੀ ਆ ਜਿਹੜੀਆਂ ਸਾਡੇ ਸਮਾਜ ਨਾਲ ਜੁੜੀਆਂ ਹੋਈਆਂ ਹੁੰਦੀਆਂ ਤੇ ਸਾਡੇ ਸਮਾਜ ਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਆ। ਕਿਉਂਕਿ ਬਹੁਤੇ ਪੱਤਰਕਾਰ ਕਈ ਵਾਰੀ ਮੈਨੂੰ ਇਹ ਵੀ ਕਹਿੰਦੇ ਆ, ਸਵਾਲ ਪੁੱਛਦੇ ਆ ਵੀ ਹਾਂ ਵੀ ਇਹ ਲਾਸਟ ਜਦੋਂ 6 ਮਹੀਨੇ 8 ਮਹੀਨੇ ਰਹਿ ਜਾਂਦੇ ਆ, ਪਰ ਮੈਂ ਤੁਹਾਡੀ ਜਾਣਕਾਰੀ ਲਈ ਕਈ ਵਾਰੀ ਆਪਾਂ ਰਿਫਰੈਸ਼ ਕਰਨਾ ਹੁੰਦਾ। ਮੈਂ ਅੱਜ ਤੋਂ 1.5 ਸਾਲ ਪਹਿਲਾਂ, ਪੌਣੇ 2 ਸਾਲ ਪਹਿਲਾਂ 2019 ਦਸੰਬਰ ਦੇ ਵਿੱਚ ਪਹਿਲੀ ਚਿੱਠੀ ਲਿਖੀ ਸੀ, ਲੇਕਿਨ ਉਦੋਂ ਪਹਿਲਾਂ ਮੈਂ ਹਮੇਸ਼ਾ ਅੰਦਰ ਵੜ ਕੇ, ਕਿਉਂਕਿ ਮੈਨੂੰ ਪਤਾ ਵੀ ਪ੍ਰੋਟੋਕਾਲ ਨੂੰ ਫੋਲੋ ਕਰਨਾ ਹੁੰਦਾ, ਅੰਦਰ ਵੜ ਕੇ, ਜਦੋਂ ਅੰਦਰ ਵੜ ਕੇ ਨਹੀਂ ਸੁਣੀ ਗਈ ਤਾਂ ਫਿਰ ਮੈਂ ਈਵਨ ਕਿ ਉਹਦੀ ਕਾਪੀ ਜਿਹੜੀ ਸੀ ਉਹ ਮਿਸਿਸ ਸੋਨੀਆ ਗਾਂਧੀ ਨੂੰ ਔਰ ਸਾਡੇ ਜਾਖੜ ਸਾਹਿਬ ਨੂੰ ਜਿਹੜੀ ਆ ਉਹ ਭੇਜੀ, ਔਰ ਉਹਦੇ ਤੋਂ ਬਾਅਦ ਵੀ ਬੇਸਿਕਲੀ ਬੁਲਾਇਆ ਵੀ ਗਿਆ, ਡਿਸਕਸ ਵੀ ਕੀਤਾ ਗਿਆ, ਲੇਕਿਨ ਪਰਨਾਲਾ ਉੱਥੇ ਦਾ ਉੱਥੇ ਹੀ। ਤੇ ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਹਾਂ ਵੀ ਆਪਾਂ ਉਹ ਇਸ਼ੂ ਡ੍ਰੌਪ ਕਰ ਦਈਏ। ਔਰ ਆਹ ਜਿਹੜਾ ਕੱਲ੍ਹ ਹੋਇਆ ਜਾਂ ਪਰਸੋਂ ਹੋਇਆ, ਇਹ ਤਾਂ ਅਸਲੀ ਗੱਲ ਹੈ ਵੀ ਉਹ ਜਿਹੜੇ 5 ਮਿਨਿਸਟਰਸ ਹੈ ਉਹਨਾਂ ਦੇ ਅਪੋਜ਼ ਕਰਨ ਦੇ ਬਾਵਜੂਦ ਵੀ, ਔਰ ਸਾਡੇ PCC ਪ੍ਰਧਾਨ ਸਾਹਿਬ ਨੇ ਵੀ ਇਹਨੂੰ ਅਪੋਜ਼ ਕੀਤਾ, ਸਾਡੇ ਹੋਰ MLAs ਨੂੰ ਵੀ ਅਪੋਜ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਜੀ, ਆਪਾਂ ਕੀ ਪਰਸੈਪਸ਼ਨ ਕ੍ਰੀਏਟ ਕਰ ਰਹੇ ਹਾਂ? ਆਪਾਂ ਪਾਰਟੀ ਦੀ ਗੱਲ ਤੇ ਆਪਾਂ ਸਰਕਾਰ ਦੀ ਗੱਲ, ਕਿਉਂਕਿ ਸਰਕਾਰ ਦੇ ਵਿੱਚ ਫੇਅਰਨੈਸ ਜਿਹੜੀ ਆ, ਔਰ ਜਦੋਂ ਇਹਦਾ ਮਤਲਬ ਇਹ ਹੋਇਆ ਕਿ ਜਿੱਥੇ ਤੁਹਾਡੀ ਵਿਲ ਹੈ, ਜਿੱਥੇ ਤੁਹਾਡੀ ਵਿਲ ਹੈ ਉੱਥੇ ਭਾਵੇਂ 5 ਮੰਤਰੀ ਵੀ ਅਪੋਜ਼ ਕਰਦੇ ਹੋਣ, ਤੁਸੀਂ ਕੰਮ ਕਰਨਾ ਜ਼ਰੂਰ ਆ। ਮੈਂ ਤਾਂ ਇਸ ਗੱਲ ਲਈ, ਕਿਉਂਕਿ ਮੈਨੂੰ ਪਤਾ ਕਿ ਇਸ ਇਨਸਾਨ ਦੀ ਕਪੈਸਿਟੀ ਹੈਗੀ ਆ, ਲੇਕਿਨ ਜਿਹੜੇ ਬਾਕੀ ਇਸ਼ੂਜ਼ ਹੈ ਆਪਾਂ ਉਹਦੇ ਤੇ ਕੀ ਕਰਦੇ ਆ। ਸੋ ਇਸ ਕਰਕੇ ਇਹਨੂੰ ਵਿਡਰਾਅ ਕੀਤਾ ਜਾਵੇ। ਔਰ ਕਿਉਂਕਿ ਇਹ ਤਰਸ ਵਾਲਾ ਆਧਾਰ ਬਿਲਕੁਲ ਹੈ ਨਹੀਂਗਾ, ਇਹ ਬਿਲਕੁਲ ਪਿਓਰਲੀ ਇੱਕ ਇਹੋ ਜਿਹੀ ਕ੍ਰੀਏਸ਼ਨ ਹੋ ਰਹੀ ਆ ਵੀ ਜਿਹਦੇ ਵਿੱਚ 2 ਧੜਿਆਂ ਦੀ, ਮੈਂ ਬਾਰ-ਬਾਰ ਤੁਹਾਨੂੰ ਵੀ ਇਹ ਬੇਨਤੀ ਕਰਦਾ, ਆਪਾਂ ਧੜਿਆਂ ਦੀ ਗੱਲ ਨਾ ਕਰੀਏ। ਆਪਣੇ ਬੱਚਿਆਂ ਨੇ ਵੀ ਇੱਥੇ ਰਹਿਣਾ, ਆਪਾਂ ਵੀ ਇੱਥੇ ਰਹਿਣਾ, ਆਪਾਂ ਇਸ ਸਮਾਜ ਦੇ ਵਿੱਚ ਰਹਿਣਾ, ਕਿਉਂਕਿ ਬਹੁਤ ਇੰਪੋਰਟੈਂਟ ਥੰਮ ਹੈ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ। ਜਦੋਂ ਤਿੰਨੇ ਫੇਲ ਹੋ ਜਾਂਦੇ ਆ ਤੇ ਉਦੋਂ ਚੌਥਾ ਜਿਹੜਾ ਆ ਉਹ ਕੰਮ ਆਉਂਦਾ।
क्योंकि अज पोलिटिकल बंदे की जिहड़ी इमेज आ वो मैनूं लगदा लोएस्ट टैब ते आ। ਉਹਦੇ ਬਾਵਜੂਦ ਵੀ ਅਸੀਂ ਇਹੋ ਜਿਹੀਆਂ ਗਲਤੀਆਂ ਕਰਕੇ ਇਹੋ ਜਿਹੀ ਪਰਸੈਪਸ਼ਨ ਹਜੇ ਦੁਆਬੇ ਦੇ ਵਿੱਚ ਤਾਂ ਕੰਪੈਰੇਟਿਵਲੀ ਘੱਟ ਆ ਤੇ ਮਾਲਵੇ ਦੇ ਵਿੱਚ ਬਹੁਤੇ ਪਿੰਡਾਂ ਦੇ ਵਿੱਚ ਬੋਰਡ ਲੱਗ ਗਿਆ ਵੀ ਇੱਥੇ ਪੋਲੀਟੀਕਲ ਬੰਦਾ ਵੜਨਾ ਨਹੀਂ ਚਾਹੀਦਾ। ਤੇ ਫਿਰ ਅਸੀਂ ਇਹ ਕਿਓਸ ਵੱਲ ਨੂੰ ਕਿਉਂ ਤੁਰੇ ਜਾ ਰਹੇ ਹਾਂ, ਕਿਓਸ ਕਿਉਂ ਕ੍ਰੀਏਟ ਕਰ ਰਹੇ ਹਾਂ। ਸੋ ਇਸ ਕਰਕੇ ਮੇਰੀ ਤਾਂ ਇਹਨਾਂ ਨੂੰ ਬੇਨਤੀ ਆ ਔਰ ਜਿਹੜੇ ਬਾਕੀ ਸਾਡੇ ਮਿਨਿਸਟਰਸ ਵੀ ਆ, ਕਿਉਂਕਿ ਜਿੱਥੇ ਐਕਚੁਅਲੀ ਮੇਰੀ ਪ੍ਰੋਬਲਮ ਹੀ ਉੱਥੇ ਆ ਕਿ ਆਪਾਂ ਡੈਮੋਕ੍ਰੇਸੀ ਦੇ ਵਿੱਚ ਡਿਸਕਸ ਕਰਨੋਂ ਹਟ ਗਏ, ਇੰਟਰਨਲ ਡੈਮੋਕ੍ਰੇਸੀ ਹਟ ਗਈ। ਜਿੱਥੇ ਸਾਡੇ ਇਸ਼ੂ ਬਹੁਤ ਚੰਗੇ ਇਸ਼ੂ ਵੀ ਸੀਗੇ, ਏਸੀ ਕੈਬਨਿਟ ਦੇ ਵਿੱਚ ਸਾਡੇ ਜੰਡਿਆਲੇ ਦਾ ਬਹੁਤ ਸਾਲਾਂ ਤੋਂ ਬੰਦ ਪਿਆ ਕਾਲਜ ਗੁਰੂ ਗੋਬਿੰਦ ਸਿੰਘ ਕਾਲਜ, ਜਿਹੜਾ ਕਿਸੇ ਟਾਈਮ ਸਰਦਾਰ ਦਰਬਾਰਾ ਸਿੰਘ ਹੋਣੀ ਐਸਟੈਬਲਿਸ਼ ਕੀਤਾ ਸੀ ਜਿਹੜੇ ਚੀਫ ਮਿਨਿਸਟਰ ਸੀ, ਉਹ ਵੀ ਰਿਵਾਈਵ ਹੋਇਆ। ਲੇਕਿਨ ਅੱਜ ਅਸਲੀ ਗੱਲ ਹੈ, ਮੈਂ ਆਪਣੇ ਹਲਕੇ ਲਈ ਜਿੱਥੇ ਧੰਨਵਾਦ ਕਰਨਾ ਸੀ, ਜਿੱਥੇ ਮੈਨੂੰ ਖੁਸ਼ੀ ਹੋਣੀ ਸੀ, ਉੱਥੇ ਪਰਸੈਪਸ਼ਨ ਕੀ ਕ੍ਰੀਏਟ ਹੋ ਗਈ। ਕਿਉਂਕਿ ਮੇਰੇ ਹਲਕੇ ਲਈ ਮੇਰਾ ਖਿਆਲ ਹੈ ਕਿ ਕਾਲਜ ਦਾ ਰੀਸਟੈਬਲਿਸ਼ ਹੋਣਾ, ਕਿਉਂਕਿ ਕੌਂਸਟੀਚੁਐਂਟ ਕਾਲਜ ਜਿਹੜਾ ਆ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹ ਕਿਉਂਕਿ ਕੱਲ ਪਰਸੋਂ ਵਾਲੀ ਕੈਬਨਿਟ 'ਚ ਹੋ ਗਿਆ। ਲੇਕਿਨ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਇਸ ਗੱਲ ਦਾ ਪਤਾ ਹੋਵੇ, ਜਿਹਦੇ ਲਈ ਮੈਂ ਮੇਰਾ ਖਿਆਲ ਹੈ ਪਿਛਲੇ ਕਾਫੀ ਸਾਲਾਂ ਤੋਂ ਮਿਹਨਤ ਕਰ ਰਿਹਾ ਸੀ ਵੀ ਯਾਰ, ਕਿਉਂਕਿ ਆਲੇ ਦੁਆਲੇ 20-25 ਕਿਲੋਮੀਟਰ 'ਚ ਸਾਡੇ ਬੱਚਿਆਂ ਲਈ ਕੋਈ ਕਾਲਜ ਨਹੀਂ ਹੈਗਾ। ਲੇਕਿਨ ਉਹ ਗੱਲ ਦੱਬੀ ਗਈ। ਦੱਬੀ ਇਸ ਕਰਕੇ ਗਈ ਕਿਉਂਕਿ ਆਪਾਂ ਦੋ ਵਿਧਾਇਕ ਜਿਹੜੇ ਮੈਨੂੰ ਨਹੀਂ ਹੁਣ ਮੈਨੂੰ ਲੱਗਦਾ ਕੈਮਰੇ ਤੇ ਕਹਿਣ ਲਈ ਉਹ ਸ਼ਾਇਦ ਲਫ਼ਜ਼ ਵੀ ਨਹੀਂ ਹੈਗੇ ਵੀ ਹੁਣ ਅਸੀਂ ਕਿਹੜੇ ਪੈਰਾਮੀਟਰ ਨਾਲ ਕੀ ਕਹੀਏ ਵੀ ਜਿਹੜਾ ਤਰਸ ਦਾ ਆਧਾਰ ਆ ਉਹ ਕਿੱਥੇ ਨਿਸ਼ਚਿਤ ਹੁੰਦਾ। ਕਿਉਂਕਿ ਇੰਨੇ ਗਰੀਬ ਲੋਕਾਂ ਨੂੰ ਮੇਰਾ ਖਿਆਲ ਹੈ WhatsApp ਤੇ 2-3 ਚਿੱਠੀਆਂ ਆਈਆਂ, ਜਿਹੜਾ ਕਿਸੇ ਮਦਰ ਵੱਲੋਂ ਆ ਕਿ ਉਹਦੇ ਬੇਟੇ ਦੀ ਸ਼ਹਾਦਤ ਹੋ ਗਈ ਸੀ ਔਰ ਇਹ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹਨਾਂ ਨੇ ਕਹਿ ਦਿੱਤਾ ਵੀ ਨਹੀਂ, ਇਹਨੂੰ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਦਿੱਤੀ ਜਾ ਸਕਦੀ। ਜੇ ਮੈਨੂੰ ਲੱਗਦਾ ਕਿ ਉਹ ਸੈਕਰੀਫਾਈਸ ਕਰਨ ਵਾਲੇ ਪਰਿਵਾਰ, ਈਵਨ ਟੈਰੋਰਿਜ਼ਮ ਦੇ ਟਾਈਮ ਵੀ ਜਿੰਨੇ ਪੁਲਿਸ ਵਾਲਿਆਂ ਦੇ ਪਰਿਵਾਰ ਮਰੇ ਆ ਜਾਂ ਜਿੰਨੇ ਹੋਰ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਆ, ਆਪਾਂ ਉਹਨਾਂ ਲੋਕਾਂ ਨੂੰ ਕਿਉਂ ਭੁੱਲ ਜਾਂਦੇ ਆ। ਆਪਾਂ ਆ ਜਿਹੜਾ ਸਾਡਾ ਕਿਸਾਨੀ ਦਾ ਮੋਰਚਾ ਲੱਗਾ ਹੈ ਉਹਦੇ ਵਿੱਚ ਲਗਭਗ 450 ਜਿਹੜੇ ਆ ਨੌਜਵਾਨ ਬਜ਼ੁਰਗ ਕਿਸਾਨਾਂ ਨੇ ਸ਼ਹੀਦੀ ਪਾਈ ਆ। ਆਪਾਂ ਉਹਨਾਂ ਦੇ ਪਰਿਵਾਰਾਂ ਨੂੰ, ਕਿਉਂਕਿ ਜੇ 10,000 ਬੰਦਾ ਪੁਲਿਸ ਦੇ ਵਿੱਚ ਅਸੀਂ ਭਰਤੀ ਕਰਨ ਲੱਗੇ ਆ, ਆਪਾਂ ਕਿਉਂ ਨਹੀਂ ਸਪੈਸ਼ਲ ਕੋਟਾ ਉਹਦੇ ਕ੍ਰੀਏਟ ਕਰਕੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਆਪਾਂ ਸਪੋਰਟ ਕਰੀਏ। ਉਹ ਕਿਉਂ ਉੱਥੇ ਬੈਠੇ ਸੀਗੇ? ਕਿਉਂਕਿ ਜੇ ਦਿੱਲੀ ਵਾਲੀ ਸਰਕਾਰ ਨੇ, BJP ਸਰਕਾਰ ਨੇ ਉਹ 3 ਕਾਨੂੰਨ ਲਿਆ ਕੇ ਉਹਨਾਂ ਦੇ ਗਲ ਦੇ ਵਿੱਚ ਗੂਠਾ ਦਿੱਤਾ, ਕਮ ਸੇ ਕਮ ਆਪਾਂ ਤਾਂ ਕਿਤੇ ਰਾਹਤ ਦੇ ਦਈਏ। ਸੋ ਇਸ ਕਰਕੇ ਇਹ ਵਿਡਰਾ ਕਰੋ। ਇਹਦੇ ਰਿਪਰਕਸ਼ਨਸ ਬੜੇ ਸਰਕਾਰ ਲਈ ਵੀ ਮਾੜੇ ਹੋਣਗੇ ਔਰ ਕਾਂਗਰਸ ਪਾਰਟੀ ਲਈ ਵੀ ਬਹੁਤ ਮਾੜੇ ਹੋਣਗੇ। ਥੈਂਕ ਯੂ। ਪਿਛਲੇ ਕੁਝ 15 ਦਿਨ ਤੋਂ ਮਤਲਬ ਫਲੱਡ ਹੀ ਆਇਆ ਹੋਇਆ, ਇੰਨੇ ਜ਼ਿਆਦਾ ਹੋਰਡਿੰਗਸ ਤੁਹਾਡੇ ਕੈਂਟ ਹਲਕੇ 'ਚ ਜ਼ਿਆਦਾ ਲੱਗੇ। ਕਾਹਦੇ ਬੋਰਡ? ਇਲੈਕਸ਼ਨ ਆ ਰਹੇ ਨੇ ਨਾ ਜੀ, ਬਹੁਤ ਸਾਰੇ ਲੋਕ ਜਿਹੜੇ ਨੇ। ਇਹ ਅਸਲੀ ਗੱਲ ਹੈ, ਜਦੋਂ ਕਿਤੇ ਬਾਰਿਸ਼ ਹੁੰਦੀ ਹੈ ਨਾ, ਭਵੱਕੜ ਨਿਕਲਦੇ ਹੁੰਦੇ ਆ ਤੇ ਉਹ ਉਹਨਾਂ ਦੀ ਲਾਈਫ ਜਿਹੜੀ ਮੇਰਾ ਖਿਆਲ 1-2 ਮਿੰਟ ਹੀ ਹੁੰਦੀ ਆ, ਕੋਈ ਬਹੁਤੀ ਗੱਲ ਨਹੀਂ ਹੈ। ਮੈਂ ਇਹਨਾਂ ਗੱਲਾਂ ਨੂੰ ਬਹੁਤਾ, ਮੈਂ ਤਾਂ ਈਵਨ ਕਿ ਜਿਹੜੇ ਵੱਡੇ ਬੋਰਡ ਵੀ ਲੱਗਦੇ ਆ ਨਾ, ਮੈਂ ਤਾਂ ਉਹਨਾਂ ਤੇ ਵੀ ਕਦੀ ਧਿਆਨ ਨਹੀਂ ਦਿੱਤਾ। ਇਹਨਾਂ ਦਾ ਕੋਈ ਮਾਇਨਾ ਨਹੀਂ। ਪ੍ਰਗਟ ਜੀ, ਇਹ ਦੱਸੋ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ 3 ਦਿਨ ਤੋਂ ਲਗਾਤਾਰ ਹੁਣ ਉਹ ਆਪਣੇ ਲੀਡਰਾਂ ਨੂੰ ਮਿਲਣਾ ਸ਼ੁਰੂ ਕਰਤਾ ਔਰ 4.5 ਸਾਲ ਬਿਲਕੁਲ ਉਹ ਨਿਕਲੇ ਨਹੀਂ ਬਾਹਰ, ਜੋ ਸਾਰੇ ਕਾਂਗਰਸੀਆਂ ਦਾ, ਜੋ ਵਿਰੋਧੀ ਦਲਾਂ ਦਾ ਕਹਿਣਾ। ਇਹ ਕੀ ਚੱਕਰ ਕੀ ਹੈ 3 ਦਿਨਾਂ 'ਚ ਕੀ ਹੋਇਆ 72 ਘੰਟੇ 'ਚ? ਦੇਖੋ, ਪਰਸੈਪਸ਼ਨ ਕੀ ਕ੍ਰੀਏਟ ਹੋਈ ਆ ਕਿ ਇਹ ਸ਼ਾਇਦ 2 ਪਰਸਨੈਲਿਟੀਜ਼ ਦੀ ਲੜਾਈ ਹੈ। ਐਕਚੁਅਲੀ ਪਰਸਨੈਲਿਟੀਜ਼ ਦੀ ਲੜਾਈ ਨਹੀਂ ਹੈਗੀ, ਕੋਈ ਧੜਾ ਨਹੀਂ ਹੈਗਾ। ਹੁਣ ਮੈਂ ਕਦੀ ਜ਼ਿੰਦਗੀ 'ਚ ਧੜਾ ਹੀ ਨਹੀਂ ਬਣਾਇਆ। ਈਵਨ ਨਵਜੋਤ ਸਿੱਧੂ ਨੇ ਕੋਈ ਧੜਾ ਨਹੀਂ ਬਣਾਇਆ। ਮੈਨੂੰ ਇਹ ਕਈ ਵਾਰੀ ਕਹਿ ਦਿੰਦੇ ਕਿ ਹਾਂ ਤੂੰ ਨਵਜੋਤ ਸਿੱਧੂ ਨਾਲ ਮੇਰਾ ਦੋਸਤ ਹੈਗਾ, ਪਰ ਜਿਹੜੀ ਗੱਲ ਉਹ ਨਹੀਂ ਠੀਕ ਕਰਦਾ ਮੈਂ ਉਹਨੂੰ ਵੀ ਕਹਿਣਾ। ਅੱਛਾ, ਇਹਦਾ ਮਤਲਬ ਇਹ ਹੋਇਆ ਵੀ ਅਸੀਂ ਇੰਟਰਨਲ ਡੈਮੋਕ੍ਰੇਸੀ ਅਸੀਂ ਪਾਰਟੀ ਦਾ ਨੁਕਸਾਨ ਵੀ ਕਰ ਰਹੇ ਹਾਂ। ਪਾਰਟੀ ਦਾ ਨੁਕਸਾਨ ਇਸ ਕਰਕੇ ਕਰ ਰਹੇ ਹਾਂ ਵੀ ਉਹ ਫੋਟੋ ਖਿਚਾ ਕੇ ਵੀ ਇਹ ਫਲਾਣੇ ਧੜੇ 'ਚ ਆ, ਫਲਾਣੇ ਧੜੇ 'ਚ ਆ। ਮੈਂ ਤਾਂ ਈਵਨ ਕਿ ਲੀਡਰਸ ਨੂੰ ਵੀ ਰਿਕੁਐਸਟ ਕਰਦਾ, ਆਪਾਂ ਸੀਰੀਅਸ ਇਸ਼ੂ ਹੈ ਇਹ, 3 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ ਤੇ ਆਪਾਂ ਕਈ ਵਾਰੀ ਇਹ ਸ਼ੋਅ ਕਰਦੇ ਹਾਂ, ਜਾਂ ਉੱਥੇ ਜਾ ਕੇ ਹੋ ਸਕਦਾ ਡਿਸਕਸ਼ਨ ਹੋਰ ਹੀ ਹੋਈ ਹੋਵੇ, ਲੇਕਿਨ ਉਹਦੀ ਪਰਸੈਪਸ਼ਨ ਕੀ ਹੁੰਦੀ ਆ ਕਿ ਇਹ ਧੜਾ ਹੋ ਗਿਆ।
ਇਹ ਫਲਾਣੇ ਦਾ ਧੜਾ ਹੋ ਗਿਆ। ਨਹੀਂ, ਇਹ ਕਿਸੇ ਦਾ ਧੜਾ ਨਹੀਂ ਹੈ। ਆਪਾਂ ਤੁਸੀਂ ਠੀਕ ਕਰ ਦਿਓ। ਮੈਂ ਤਾਂ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ, ਸਾਡੇ ਚੀਫ ਮਿਨਿਸਟਰ ਆ, ਮੈਂ ਤਾਂ ਕਹਿੰਦਾ ਵੀ ਜਿਹੜੀਆਂ ਚੀਜ਼ਾਂ ਅੱਜ ਤੋਂ 1.5 ਪੌਣੇ 2 ਸਾਲ ਪਹਿਲਾਂ ਚੱਕੀਆਂ ਸੀ, ਜੇ ਤੁਹਾਡੀ ਇੰਨੀ ਵਿਲ ਹੈਗੀ ਆ ਤੇ ਜਿਹੜੇ ਮੈਂ 5-7 ਇਸ਼ੂ ਕਹੇ ਸੀ ਉਹਨਾਂ ਤੇ ਆਪਾਂ ਕੰਮ ਕਰ ਲਈਏ। ਇਹਦਾ ਮਤਲਬ ਆਪਾਂ ਜੇ ਜਿੱਥੇ ਕਿਤੇ ਆਪਣੀ ਵਿਲ ਕੰਮ ਕਰਦੀ ਆ ਉੱਥੇ ਅਸੀਂ ਕਰ ਲੈਂਦੇ ਆ, ਚਾਹੇ 5 ਮਿਨਿਸਟਰਸ ਨੇ ਅਪੋਜ਼ ਕੀਤਾ, ਤੇ ਜਿੱਥੇ ਅਸੀਂ ਸਾਡੀ ਵਿਲ ਨਹੀਂ ਹੈਗੀ, ਜਿੱਥੇ ਅਸੀਂ ਨਹੀਂ ਕਰਨਾ, ਉੱਥੇ ਅਸੀਂ ਨਹੀਂ ਕਰਦੇ। ਪ੍ਰਗਟ ਜੀ, ਤੁਸੀਂ ਕੈਪਟਨ ਸਾਹਿਬ ਨੂੰ ਵੀ ਸਲਾਹ ਦਿੰਦੇ ਹੋ, ਸੁਖਬੀਰ ਨੂੰ ਵੀ ਦਿੰਦੇ ਆਏ ਹੋ, ਅੱਜ ਕਹਿ ਰਹੇ ਹੋ ਵੀ ਮੈਂ ਸਿੱਧੂ ਵੀ ਜਿੱਥੇ ਗਲਤ ਹੁੰਦਾ ਉਹਨੂੰ ਸਲਾਹ ਦੇ ਦਿੰਦਾ। ਕਿਆ ਬੀਂਗ ਐਮਐਲਏ ਕੈਂਟ ਆਪਾਂ ਸਾਰਾ ਕੁਝ ਸਹੀ ਕੀਤਾ ਏਰੀਏ ਦੇ ਵਿੱਚ ਜਾਂ ਪੰਜਾਬ ਵਾਸਤੇ? ਮੇਰੀ ਤਾਂ ਜਿੰਨੀ ਕੁ ਮੇਰੀ ਸਮਝ ਹੈਗੀ ਆ, ਮੈਂ ਉਨਾ ਤਾਂ ਠੀਕ ਕਰਦਾ, ਕਿਉਂਕਿ ਜਿੰਨੇ ਕੁ ਪੈਸੇ ਮੇਰੇ ਕੋਲ ਆਉਂਦੇ ਆ, ਜਿੰਨੇ ਕੁ ਪੈਸੇ ਮੈਂ ਲਿਆ ਸਕਦਾ, ਜਿੰਨੇ ਕੁ ਪੈਸੇ ਸਿਸਟਮ 'ਚੋਂ ਆ ਸਕਦੇ ਆ, ਤੇ ਅਲਟੀਮੇਟਲੀ ਕੰਮ ਤਾਂ ਸਿਸਟਮ ਨੇ ਕਰਨਾ। ਮੈਂ ਤਾਂ ਸਿਰਫ ਕੋਆਰਡੀਨੇਟ ਕਰਨ ਵਾਲਾ ਕਿ ਹਾਂ ਵੀ ਐਗਜ਼ੈਕਟਿਵ ਪਾਵਰ ਜਿਹੜੀਆਂ ਐਗਜ਼ੈਕਟਿਵ ਕੋਲ ਹੁੰਦੀਆਂ ਤੇ ਉਹ ਐਗਜ਼ੈਕਟਿਵ ਨੇ ਕੰਮ ਕਰਨੇ ਹੁੰਦੇ ਆ। ਲੇਕਿਨ ਯੈਸ, ਡੈਫੀਨੇਟਲੀ ਜਿੱਥੇ ਮੈਨੂੰ ਲੱਗਦਾ ਕਿ ਹਾਂ ਵੀ ਇੱਥੇ ਗਲਤ ਕੰਮ ਹੋ ਰਿਹਾ, ਉੱਥੇ ਮੈਂ ਡੈਫੀਨੇਟਲੀ ਲੱਤਾਂ ਫਸਾ ਕੇ ਖੜਦਾ। ਸਰ, ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚੋਂ ਕੈਂਟ ਵਿੱਚ ਸੁਰੇਸ਼ ਕੁਮਾਰ ਜੀ ਜਿਹੜਾ ਪੈਸਾ ਦੇ ਗਏ ਸਭ ਤੋਂ ਵੱਧ ਅਮਾਉਂਟ ਹੈ। ਇੰਨਾ ਪੈਸਾ ਕਿਸੇ ਹਲਕੇ 'ਚ ਨਹੀਂ ਗਿਆ, ਲੇਕਿਨ ਫਿਰ ਵੀ ਸਾਰੇ ਹਲਕੇ 'ਚ ਤਰਾਹੀ ਹੋਈ ਹੈ ਵੀ ਕੋਈ ਵਿਕਾਸ ਨਹੀਂ ਹੋਇਆ ਸਿਵਾਏ 66 ਫੁੱਟੀ ਰੋਡ ਤੋਂ। ਆਪਾਂ ਟੌਪਿਕ ਹੋਰ ਸ਼ੁਰੂ ਕੀਤਾ ਆ, ਆਪਾਂ ਉਹ ਅਲੱਗ ਮੇਰੇ ਨਾਲ ਕਰ ਲਿਓ ਗੱਲ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਜਿਹੜਾ 11 ਪਿੰਡਾਂ ਦਾ ਸੀਵਰੇਜ ਪੈ ਰਿਹਾ, ਤਰਾਹੀ ਕਾਹਦੀ ਆ? ਮੈਨੂੰ ਇੰਨੀ ਗੱਲ ਸਮਝ ਹੈਗੀ ਆ ਵੀ 161 ਕਰੋੜ ਦੇ ਕੰਮ ਹੋ ਰਹੇ ਆ, ਔਰ ਜਿਹੜਾ ਸਾਡਾ ਬੈਸਟ ਐਕਸੀਅਨ ਹੈਗਾ ਉਹਦਾ ਨਾਮ ਵਾਸਦੇਵ ਹੈ, ਉਸ ਡਿਪਾਰਟਮੈਂਟ 'ਚੋਂ ਪਤਾ ਕਰ ਲਿਓ। ਉਹਦੀ ਸੁਪਰਵਿਜ਼ਨ ਥੱਲੇ ਹੋ ਰਿਹਾ। ਜਦੋਂ ਵੀ ਸੀਵਰੇਜ ਵਗੈਰਾ ਪੈਂਦੇ ਹੁੰਦੇ ਆ, ਇੱਕ ਜਿਹੜਾ ਗੰਦਾ ਨਾਲਾ ਪੂਰ ਹੋ ਰਿਹਾ, ਕਦੀ ਜਾ ਕੇ ਉੱਥੇ ਦੇਖਿਆ ਤੁਸੀਂ? ਉਹ ਗੰਦਾ ਨਾਲਾ ਜਾ ਕੇ ਦੇਖ ਲਿਆਓ ਵੀ ਜਦੋਂ ਦਾ ਮੈਂ ਜੰਮਿਆ ਉਦੋਂ ਤੋਂ ਵੀ ਪਹਿਲਾਂ ਦਾ ਹੈਗਾ, ਤੇ ਹੁਣ ਪੂਰ ਹੋਣ ਲੱਗਿਆ। ਹੁਣ ਉਹਦੇ ਤੇ ਜਿਹੜਾ ਹੈਗਾ ਲਗਭਗ 70 ਕਰੋੜ ਦਾ ਕੰਮ ਹੋ ਰਿਹਾ। ਸੋ ਇਸ ਕਰਕੇ ਉਹਦੇ ਤੋਂ ਪਹਿਲਾਂ ਜਿਹੜੀ ਮੈਕਡੋਨਲਡ ਰੋਡ ਆ ਉਹ ਕਿਹਨੇ ਬਣਾਈ ਆ? ਉਹਦੇ ਤੋਂ ਪਹਿਲਾਂ ਜਿਹੜਾ ਵੇਸਟ ਮੈਨੇਜਮੈਂਟ ਦਾ ਕੰਮ ਹੈ ਉਹ ਕਿਹਨੇ ਕੀਤਾ? ਹਾਂ, ਮੈਂ ਕਿਤੇ ਗਲੀਆਂ ਨਾਲੀਆਂ 'ਚ ਖੜ ਕੇ ਫੋਟੋਆਂ ਨਹੀਂ ਖਿਚਾਉਂਦਾ। ਮੈਂ ਇਹ ਨਹੀਂ ਕਹਿੰਦਾ ਵੀ ਹਾਂ ਬਈ ਆਹ ਛੋਟਾ ਜਿਹਾ ਕੰਮ ਹੈ, ਇਹਦੇ ਲਈ ਵੀ ਮੈਂ ਰੀਬਨ ਖਿਚਾ ਕੇ ਮੈਂ ਉਹ ਕੰਮ ਨਹੀਂ ਕਰਦਾ। ਯੈਸ, ਆਈ ਡੂ ਐਗਰੀ। ਇਲਾਕੇ ਦੇ ਲੋਕਾਂ ਵਿੱਚ ਵੀ ਇਹ ਰੋਸ ਹੈ ਕਿ ਪ੍ਰਗਟ ਸਿੰਘ ਜੀ ਸਾਨੂੰ ਮਿਲਦੇ ਹੀ ਨਹੀਂ, ਉਹਨਾਂ ਕਿਸੇ ਵੀ ਕੰਮਾਂ ਦੇ ਲਈ ਵੀ ਨਹੀਂ ਮਿਲਦੇ। ਮੈਂ ਤਾਂ ਦੇਖੋ, ਮੈਂ ਤਾਂ 3 ਦਿਨ ਇੱਥੇ ਰਹਿਣਾ, 4 ਦਿਨ ਇੱਥੇ ਰਹਿਣਾ, 3 ਦਿਨ ਬੇਸਿਕਲੀ ਮੈਂ ਰਹਿਣਾ ਹੈਗਾ ਚੰਡੀਗੜ੍ਹ। ਜਿਹੜੇ ਮੇਰੇ ਪ੍ਰੋਜੈਕਟ ਹੈਗੇ ਆ ਮੈਂ ਉਹਨਾਂ ਦੇ ਮਗਰ ਜਾਂਦਾ। 4 ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਵੀ 9 ਤੋਂ ਲੈ ਕੇ ਸਵੇਰੇ 12 ਵਜੇ ਤੱਕ ਮੈਂ ਕਦੀ ਕਿਤੇ ਨਹੀਂ ਜਾਂਦਾ। 12 ਤੋਂ ਲੈ ਕੇ 3 ਵਜੇ ਤੱਕ ਪਿੰਡਾਂ 'ਚ ਜ਼ਰੂਰ ਜਾਂਦਾ। ਮੇਰੇ ਹਲਕੇ ਦੇ, ਕਿਉਂਕਿ ਇਹ ਠੀਕ ਆ, ਹੋ ਸਕਦਾ 2 ਲੱਖ ਬੰਦੇ ਨੂੰ ਮਿਲਣਾ ਪੋਸੀਬਲ ਨਾ ਹੋਵੇ, ਬਟ ਐਟ ਦਾ ਸੇਮ ਟਾਈਮ ਨਜ਼ਦੀਕੀ ਹੀ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ ਹੀ ਭਾਰੀ ਮਾਤਰਾ ਵਿੱਚ ਨਸ਼ਾ ਵੀ ਵਿਕਦਾ ਪੂਰਾ ਧੜੱਲੇ ਦੇ ਨਾਲ। ਮੈਂ ਤਾਂ ਦੇਖੋ ਗੱਲ ਇਹ ਆ ਕਿ ਆਪਾਂ ਅੱਜ ਟੌਪਿਕ ਕਿਹੜਾ ਹੈਗਾ, ਆਪਣੀ ਕਿੱਥੇ ਪ੍ਰੋਬਲਮ ਕਿੱਥੇ ਆਉਂਦੀ ਆ ਵੀ ਆਪਾਂ ਟੌਪਿਕ ਤਾਂ ਕਿਤੇ ਨੈਸ਼ਨਲ ਲੈਵਲ ਦੀ ਗੱਲ ਕਰਦੇ ਆ। ਸਰ, ਟੌਪਿਕ ਇਹ ਹੈ ਕਿ ਜਦੋਂ ਅਕਾਲੀਆਂ ਵਿੱਚ ਜਿਹੜਾ ਇਹ ਦੋ ਉਹਨਾਂ ਦੀ ਅਪਾਰਟਮੈਂਟ ਆ, ਇਹ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਰਿਫਲੈਕਟਸ ਵੀਕਨੈਸ ਔਰ ਲੈਕ ਆਫ ਕੌਨਫੀਡੈਂਸ ਵਿਦਨ ਸੀਐਮ's ਕੈਂਪ? ਨਹੀਂ, ਡੈਫੀਨੇਟਲੀ ਇਹ ਤਾਂ ਮੈਂ ਤਾਂ ਇਹ ਕਿਹਾ ਵੀ ਮੈਨੂੰ ਤਾਂ ਐਂ ਵੀ ਲੱਗਦਾ ਵੀ ਅਸੀਂ ਉਸ ਕੈਂਪ 'ਚ ਰਹਿਣ ਲਈ ਇਹਨਾਂ ਦੀ, ਮੈਨੂੰ ਤਾਂ ਉਹ ਐਮਐਲਏਜ਼ ਦੀ ਵੀ ਕਹਿ ਲਓ ਕਿ ਕਦੀ ਤਰਸ ਆਉਂਦਾ ਹੈਗਾ ਕਿ ਥਾਟ ਪ੍ਰੋਸੈਸ ਨੂੰ ਚੇਂਜ ਕਰੋ। ਆਪਾਂ ਨੂੰ ਉਸ ਲੈਵਲ ਦੀ ਜੌਬ ਚਾਹੀਦੀ ਆ, ਉਸ ਲੈਵਲ ਤੇ ਬੇਸਿਕਲੀ ਆਪਾਂ ਕੀ ਕਰਨਾ ਚਾਹੁੰਦੇ ਆ। ਨਹੀਂ, ਪਰ ਇੱਕ ਦੱਸੋ ਵੀ ਇਹੀ ਪ੍ਰੈਸੀਡੈਂਟ ਇਹ ਪਹਿਲਾਂ ਨਹੀਂ ਹੋਇਆ, ਇਸੇ ਹੀ ਤਰ੍ਹਾਂ ਸੇਮ ਪੈਰਾਮੀਟਰ, ਸੇਮ ਸਾਰਾ ਕੁਝ ਰਵਨੀਤ ਬਿੱਟੂ ਦੇ ਭਰਾ ਨੂੰ ਡੀਐਸਪੀ ਭਰਤੀ ਕੀਤਾ ਹੈ, ਤਾਂ ਫਿਰ ਚਲੋ ਛੋਟੀਆਂ ਪੋਸਟਾਂ। ਮੈਂ ਤਾਂ ਕਹਿਣ ਡਿਆ ਵੀ ਜਿਹੜਾ ਵੀ ਕੋਈ ਪੋਲੀਟੀਕਲ ਬੰਦਾ ਹੈਗਾ, ਚਾਹੇ ਉਹ ਰਵਨੀਤ ਬਿੱਟੂ ਹੋਵੇ, ਚਾਹੇ ਕੋਈ ਪ੍ਰਗਟ ਸਿੰਘ ਦਾ ਮੁੰਡਾ ਕਿਉਂ ਨਾ ਹੋਵੇ, ਜਿਹੜੇ ਪੈਰਾਮੀਟਰਸ ਆ ਉਹ ਜਿਹੇ ਹੋਣੇ ਚਾਹੀਦੇ ਆ। ਨਹੀਂ ਮਤਲਬ ਹੁਣ ਆ ਦੋਵਾਂ ਮੇਰੀ ਰੌਲਾ ਪੈ ਗਿਆ। ਰਵਨੀਤ ਬਿੱਟੂ ਵਾਲੇ ਡੀਐਸਪੀ ਉਹਦੇ ਭਰਾ ਨੂੰ ਬਣਾਇਆ, ਆਹੀ ਗਰਾਊਂਡ ਯੂਜ਼ ਕੀਤੀ ਗਈ ਆ, ਆਹੀ ਪ੍ਰੋਸੀਜਰ ਬਣਾਇਆ ਗਿਆ, ਸਟੇਟ ਤੋਂ ਪਾਸ ਕੀਤਾ ਗਿਆ, ਰਾਦਰ ਨੂੰ ਡੀਐਸਪੀ ਬਣਾਇਆ ਗਿਆ। there has been little opposition to him. Do you think that was also wrong? ਨਹੀਂ, ਮੇਰਾ ਖਿਆਲ ਹੈ ਵੀ ਉਹ ਵੀ ਗਲਤ ਗੱਲ ਹੈਗੀ, ਕਿਉਂ ਨਹੀਂ ਹੈਗੀ, ਕਿਉਂਕਿ ਪੈਰਾਮੀਟਰਸ ਤਾਂ ਸਾਰਿਆਂ ਲਈ ਸੇਮ ਹੋਣੇ ਚਾਹੀਦੇ ਆ। ਇੱਕ ਮਤਲਬ ਇਹ ਦੱਸੋ ਐਸੇ ਰਿਲੇਟਿਡ ਹੈ ਕਿ ਜਦੋਂ ਤੁਸੀਂ ਆਵਾਜ਼ ਚੁੱਕਦੇ ਹੋ, ਤੁਸੀਂ ਪਿੱਛੇ ਵੀ ਕਿਹਾ ਸੀ ਕਿ ਮੇਰੇ ਮਗਰ ਵਿਜੀਲੈਂਸ ਤੇ ਇੰਟੈਲੀਜੈਂਸ ਲਾਈ ਹੋਈ ਕੈਪਟਨ, ਉਹ ਕਿੱਥੇ ਰਹਿ ਗਈ ਜੀ?
ਲੱਗੇ ਸ਼ੱਕ ਉਹ ਤਾਂ ਤੁਸੀਂ ਕਿਤੇ ਪੁੱਛ ਲਿਓ, ਤੁਹਾਨੂੰ ਵੀ ਉਹ ਸਾਨੂੰ ਤਾਂ ਮਿਲਦੇ ਹੀ ਨਹੀਂ ਜੀ, ਗੱਲ ਮੈਨੂੰ ਤਾਂ ਵੀ ਹੈ। ਮਿਲਦੇ ਤਾਂ ਮੈਨੂੰ ਵੀ ਹੈ ਨਹੀਂ ਗੇ। ਹਾਂਜੀ ਹਾਂਜੀ। ਮਿਲਦੇ ਤਾਂ ਮੈਨੂੰ ਵੀ ਹੈ ਨਹੀਂ। ਇਹ ਹੁਣ ਕੀ ਮਤਲਬ ਨਿਕਲ ਗਈ ਘੇਰੇ ਚੋਂ ਕਿ ਹਜੇ ਲੱਗੇ ਸ਼ੱਕੇ? ਨਹੀਂ ਨਹੀਂ, ਮੈਂ ਤਾਂ ਦੇਖੋ, ਮੈਂ ਤਾਂ ਓਪਨਲੀ ਕਹਿਣਾ ਹਾਂਜੀ ਕਿ ਜੇ ਕਿਸੇ ਨੂੰ ਕੋਈ ਡਾਊਟ ਹੈਗਾ, ਜੇ ਕਿਸੇ ਨੂੰ ਕੋਈ ਸ਼ੱਕ ਹੈਗਾ, ਜੇ ਕਿਸੇ ਕੋਲ ਕੋਈ ਡਾਕੂਮੈਂਟ ਹੈਗਾ, ਤੇ ਮੇਰੀ ਇਨਵੈਸਟੀਗੇਸ਼ਨ ਸਭ ਤੋਂ ਪਹਿਲਾਂ ਕਰੋ। ਮੈਂ ਕਦੋਂ ਨਹੀਂ ਕਹਿੰਦਾ, ਇਹ ਤਾਂ ਤੁਸੀਂ ਕਿਹਾ ਹੋਣਾ। ਤੇ ਫਿਰ ਮੈਂ ਤਾਂ ਇਹੀ ਕਹਿ ਪਰ ਸਕਦਾ। ਹੁਣ ਕੀ ਲੱਗਦਾ ਵੀ ਉਹ ਤੁਹਾਡੇ ਦਮਕੇ ਤੋਂ ਬਾਅਦ ਪਿੱਛੇ ਹੋਏ ਜਾਂ ਹਜੇ ਲੱਗੇ? ਇਹ ਤਾਂ ਤੁਹਾਨੂੰ ਸੁਰਿੰਦਰ ਜੀ, ਤੁਹਾਨੂੰ ਪਤਾ ਹੋਊਗਾ, ਮੈਨੂੰ ਤਾਂ ਹੁਣ ਇਹਦੇ ਫਿਰ ਬਾਰੇ ਵੀ ਇਨਪੁਟ ਤਾਂ ਮਿਲਦਾ ਹੀ ਹੈ ਜੀ। ਇਨਪੁਟ ਮੈਂ ਤਾਂ ਜੋ ਫੀਲ ਕਰਦਾ, ਜੋ ਮਹਿਸੂਸ ਕਰ ਦਿੰਦਾ, ਉਹ ਕਹਿ ਦਿੰਦਾ ਕਿ ਮੈਨੂੰ ਆ ਲੱਗਦਾ ਹੈਗਾ। ਤੇ ਕਿਉਂਕਿ ਜੇ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਜੋ ਹੋਇਆ ਜਾਂ ਉਦੋਂ ਵੀ ਪਹਿਲਾਂ ਹੋਇਆ, ਉਹ ਮੈਂ ਤਾਂ ਕਨਵੇ ਕਰ ਦਿੰਦਾ। But the CM has said he believes in trust and transparency. ਉਹਨਾਂ ਨੇ ਕਿਹਾ ਵੀ ਇਦਾਂ ਦੀ ਕੋਈ, ਜਿੱਦਾਂ ਤੁਸੀਂ ਪਹਿਲਾਂ ਐਲੀਗੇਸ਼ਨ ਲਾਇਆ ਸੀ, ਉਹਨਾਂ ਨੇ ਕਿਹਾ ਇਦਾਂ ਦੀ ਕੋਈ ਗੱਲ ਹੀ ਗੱਲ ਹੀ ਹੈ ਨਹੀਂ, ਉਹਨਾਂ ਨੇ ਸਾਫ਼ ਕਹਿਤਾ ਸੀ। ਐਕਚੁਅਲੀ What is your take on that? Do you believe? Do you agree? ਐਕਚੁਅਲੀ ਦੇਖੋ, ਇਹ ਕਹਿਣ ਦੀਆਂ ਗੱਲਾਂ ਹੁੰਦੀਆਂ। ਉੱਥੇ ਤਿੰਨ ਝੋਲੇ ਮੇਰਾ ਖਿਆਲ ਹੈ ਤੁਹਾਡੇ ਪੱਤਰਕਾਰਾਂ ਨੇ ਵੀ ਦੇਖੇ, ਵੱਡੇ ਵੱਡੇ ਬੈਗ ਸੀਗੇ, ਤੇ ਉਸ ਬੈਗ ਦੇ ਵਿੱਚ ਹੋਰ ਆਪਾਂ ਈਡੀ ਕੀ ਲੈ ਕੇ ਜਾਣੇ ਆ ਵੀ ਜਿੱਥੇ ਅਸੀਂ ਕਮੇਟੀ ਦੇ ਸਾਹਮਣੇ ਪੇਸ਼ ਹੋਣਾ। Is your allegation based on those bags? ਐਕਚੁਅਲੀ ਸਿਲੈਕਟਿਵ ਲੀਕੇਜ ਕੀ ਹੁੰਦੀ ਹੈ ਮੈਮ? ਸਿਲੈਕਟਿਵ ਲੀਕੇਜ, ਤੁਸੀਂ ਤਾਂ ਸਾਰੇ ਪੱਤਰਕਾਰ ਹੋ, ਸਿਲੈਕਟਿਵ ਲੀਕੇਜ ਕਿੱਦਾਂ ਹੁੰਦੀ ਆ? ਤੇ ਉਹਨੂੰ ਕਿਸੇ ਨੇ ਵੀ ਇੱਕ ਹਫ਼ਤਾ ਡਿਨਾਈ ਨਹੀਂ ਕੀਤਾ। ਜਦੋਂ ਕੋਈ ਵੀ ਚੀਜ਼ ਪਬਲਿਕ ਦੇ ਵਿੱਚ ਆਉਂਦੀ ਆ ਤੇ ਉਹ ਜਿਹਦੇ ਸਬੰਧ ਦੇ ਵਿੱਚ ਹੁੰਦੀ ਆ, ਉਹਨੇ ਡਿਨਾਈ ਕਰਨਾ ਹੁੰਦਾ ਵੀ ਨੋ ਨਥਿੰਗ ਲਾਈਕ ਦਿਸ। ਬਟ ਜਦੋਂ ਇੱਕ ਹਫ਼ਤਾ ਨਾ ਕੋਈ ਡਿਨਾਈ ਕਰੇ, ਉਹਦਾ ਮਤਲਬ ਤਾਂ ਆਪਾਂ ਨੂੰ ਸਮਝ ਆਉਂਦੀ ਹੈ ਨਾ ਮਤਲਬ ਕੀ। ਤੁਹਾਡੀ ਹਲੇ ਵੀ ਉਹ ਐਲੀਗੇਸ਼ਨ ਸਟੈਂਡ ਕਰਦੇ ਹਨ? ਨਹੀਂ, ਮੇਰੀ ਤਾਂ ਹਮੇਸ਼ਾ, ਮੈਂ ਤਾਂ ਜਿਹੜੀ ਗੱਲ ਕਹੀ ਆ ਉਹ ਕਹੀ ਆ। ਮੈਂ ਕਦੀ ਵੀ ਅੱਜ ਤੱਕ, ਜਿੰਨਾ ਚਿਰ ਵੀ ਈਵਨ ਕਿ ਹਾਕੀ ਦਾ ਕਪਤਾਨ ਵੀ ਰਿਹਾ, ਮੈਂ ਜਿਹੜੀ ਗੱਲ ਕਹੀ ਆ, ਮੈਂ ਅੱਜ ਤੱਕ ਕਦੀ ਉਹਨੂੰ ਡੇਵੀਏਟ ਨਹੀਂ ਹੋਇਆ। ਮੈਂ ਅੱਜ ਤੱਕ ਇਹ ਨਹੀਂ ਕਿਹਾ ਵੀ ਮੈਂ ਇਹ ਗੱਲ ਕਹੀ ਨਹੀਂ ਹੈ। ਹਾਂ, ਮੇਰੀ ਗੱਲ ਜਿਹੜੀ ਆ ਕੋਟ ਠੀਕ ਕਰੋ, ਉਹਦੀ ਸਪਿਰਿਟ ਠੀਕ ਲਾਓ, ਮੈਨੂੰ ਹੋਰ ਕੋਈ ਪ੍ਰੋਬਲਮ ਨਹੀਂ। ਸਰ, ਤੁਹਾਡੇ ਪਾਰਟੀ ਦੇ ਆਪਣੀ ਸਰਕਾਰ ਦੇ ਖਿਲਾਫ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਆ, ਤੇ ਪਾਰਟੀ ਤੁਹਾਡੇ ਖਿਲਾਫ ਕੋਈ ਜੇ ਐਕਸ਼ਨ ਲੈਂਦੀ ਹੈ ਤਾਂ? ਇਹ ਤਾਂ ਪਹਿਲਾਂ ਦੀ ਵੀ ਗੱਲ ਹੋ ਗਈ ਯਾਰ, ਇਹ ਤਾਂ ਬਹੁਤ ਦਿਨਾਂ ਦੀ, ਤੁਹਾਨੂੰ ਵੀ ਪਤਾ ਹੋਣਾ, ਤੁਹਾਨੂੰ ਚੰਡੀਗੜ੍ਹ ਤੋਂ ਤਾਂ, ਕਿਉਂਕਿ ਤੁਹਾਡੇ ਚੈਨਲ ਵੀ ਤਾਂ ਤੁਹਾਨੂੰ ਦੱਸਦੇ ਹੀ ਹੋਣੇ ਆ ਨਾ। ਤੇ ਫਿਰ ਮੈਂ ਇਹਨਾਂ ਚੀਜ਼ਾਂ ਤੋਂ ਤਾਂ ਕਦੀ ਡਰਿਆ ਹੀ ਨਹੀਂ ਹੈਗਾ। You are ready to face? ਨਹੀਂ, ਕੋਈ ਪ੍ਰੋਬਲਮ ਥੋੜੀ ਆ, ਜਿਹਨੇ ਜੋ ਕਰਨਾ ਜੋ ਕਰੀ ਜਾਵੇ। ਜੇ ਸੱਚ ਬੋਲਣਾ ਤੁਹਾਨੂੰ ਲੱਗਦਾ ਵੀ ਜੇ ਸੱਚ ਬੋਲਣਾ ਤੇ ਮੈਂ ਬੰਦ ਹੋ ਜਾਊਂਗਾ, ਇਹ ਤਾਂ ਨਹੀਂ ਹੋ ਸਕਦਾ। ਨਹੀਂ, ਬਟ ਇੱਕ ਜਿਹੜੀ ਗੱਲ ਚੱਲ ਰਹੀ ਹੈ ਨਾ ਜੀ, ਗੱਲ ਇਹ ਚੱਲ ਰਹੀ ਹੈ, ਯੂ ਆਰ ਗੋਇੰਗ ਟੂ ਜੁਆਇਨ ਆਮ ਆਦਮੀ ਪਾਰਟੀ ਐਂਡ ਯੂ ਆਰ ਗੋਇੰਗ ਟੂ ਕੰਟੈਸਟ ਫਰੋਮ ਨਵਾਂਸ਼ਹਿਰ। ਇਜ਼ ਇਟ ਰਾਈਟ ਔਰ ਰੋਂਗ? ਮਤਲਬ ਜਿਹੜਾ ਰਿਊਮਰ ਚੱਲ ਰਿਹਾ, ਕਲੀਅਰ ਦੱਸ ਦਿਓ। ਐਕਚੁਅਲੀ ਇੱਕ ਦਿਨ ਉੱਥੇ ਸੁਰਿੰਦਰ ਜੀ, ਇੱਕ ਪੱਤਰਕਾਰ ਇਹ ਕਹਿਣ ਡਏ ਸੀ ਵੀ ਤੁਸੀਂ ਨਵੀਂ ਪਾਰਟੀ ਬਣਾ ਰਹੇ ਹੋ। ਨਹੀਂ, ਮੈਂ ਤਾਂ ਅੱਛਾ, ਨਹੀਂ, ਮੈਂ ਤੁਹਾਨੂੰ ਉਹਦੀ ਗੱਲ ਹੀ ਦੱਸਣ ਲੱਗਿਆ। ਕੋਈ ਕਹਿੰਦਾ ਮੈਨੂੰ ਆਮ ਆਦਮੀ ਪਾਰਟੀ ਜਾ ਰਹੇ ਹੋ, ਕੋਈ ਕਹਿੰਦਾ ਮੈਨੂੰ ਨਵੇਂ ਸ਼ਹਿਰ ਤੋਂ ਲੜ ਰਿਹਾ, ਕੁਛ ਕਈ ਵੀ ਕਹਿੰਦੇ ਆ। ਮੈਂ ਗਾਂ ਵੀ ਤੁਹਾਨੂੰ ਦੱਸ ਦਿੰਦਾ ਵੀ ਮੋਹਾਲੀ ਤੋਂ ਲੜ ਰਿਹਾ। ਅੱਛਾ, ਹਾਂ, ਮੈਨੂੰ ਗਾਂ ਤੋਂ ਗਾਂ ਤੋਰੀ ਜਾਂਦੇ ਇਹਨਾਂ ਨੇ। ਹੌਲੀ ਹੌਲੀ ਮੈਨੂੰ ਲੱਗਦਾ ਵੀ ਇਹ ਨਹੀਂ ਕਹਿਣਾ ਰਾਜਪੁਰੇ ਤੋਂ ਗਾਂ ਲੰਘ ਚੱਲ, ਪਟਿਆਲੇ ਚੱਲ। ਉਹ ਕਿਉਂਕਿ ਤੁਸੀਂ ਪਟਿਆਲੇ ਵਾਲੇ ਤਾਂ ਪਹਿਲਾਂ ਹੀ ਕਵਰ ਕਰ ਦਿੱਤੀਆਂ ਦੋਨੇ ਸੀ। ਸਵਾਲ ਦਾ ਜਵਾਬ ਦੇ ਦਿਓ, ਕੋਈ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਲੀ ਗੱਲ ਹੈ ਜਾਂ? there is no, ਵਜ੍ਹਾ ਇਹੀ ਹੈ ਕਿ ਇਹਨੀਆਂ ਜਿਹੜੀਆਂ ਅਫਵਾਹਾਂ ਤੁਸੀਂ ਕਹਿ ਰਹੇ ਹੋ ਕਿ ਹੈਗੀਆਂ, ਉਹਦੇ ਕਰਕੇ ਬੋਲ ਜ਼ਿਆਦਾ ਲੱਗ ਰਹੇ ਤੁਹਾਡੇ ਹੱਥ। ਨਹੀਂ, ਮੈਂ ਤਾਂ ਕਿਹਾ ਯਾਰ, ਜਦੋਂ ਮੀਂਹ ਪੈਂਦਾ ਉਹ ਭੁੱਬੱਕੜ ਜਿਹਾ ਨਿਕਲਦੇ ਹੁੰਦੇ ਆ, ਉਹ ਲਾਈਟ ਨੂੰ ਦੇਖ ਕੇ ਅਟਰੈਕਟ ਹੁੰਦੇ ਆ। ਜੇ ਤਾਂ ਮੈਂ ਲੌਜੀਕਲੀ ਕੋਈ ਗੱਲ ਗਲਤ ਕਹਿਣਾ, ਫਿਰ ਤਾਂ ਮੈਂ ਉਹਦਾ ਜ਼ਿੰਮੇਵਾਰ ਹੈਗਾ। ਜੇ ਬੇਸਿਕਲੀ ਇਦਾਂ ਦੀਆਂ ਗੱਲਾਂ ਪੋਲੀਟੀਕਲ ਸਿਸਟਮ ਦੇ ਵਿੱਚ, ਕਿਉਂਕਿ ਇੰਨੀ ਕੁ ਗ੍ਰਾਈਂਡਿੰਗ ਹੋਈ ਆ, ਇਹਨਾਂ ਚੀਜ਼ਾਂ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਮੈਨੂੰ ਤਾਂ ਕਿਸੇ ਨੇ ਇਹ ਵੀ ਕੁਐਸਚਨ ਕੀਤਾ ਸੀ ਵੀ ਸਿੱਧੂ ਦੇ ਹੋਰਡਿੰਗ ਲੱਗ ਰਹੀ ਆ ਜਾਂ ਕੈਪਟਨ ਅਮਰਿੰਦਰ ਸਿੰਘ ਦੇ। ਮੈਂ ਕਿਹਾ ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਇਦਾਂ ਦੀ ਕੋਈ ਦੌੜ ਹੋਣੀ ਚਾਹੀਦੀ। ਇਹਦੇ 'ਚ ਕੀ ਗੱਲ ਹੈਗੀ ਆ? ਲੋਕੀ ਅੱਜ ਦੀ ਤਰੀਕ ਦੇ ਵਿੱਚ, ਅਸੀਂ ਅੱਜ ਤੋਂ 15-20 ਸਾਲ ਵਾਲੀ ਪਹਿਲਾਂ ਪੋਲਿਟਿਕਸ ਨਾ ਕਰੀਏ। ਅੱਜ ਲੋਕੀ ਜਦੋਂ ਇੱਕ ਪਿੰਡ 'ਚ ਤੁਸੀਂ ਕੁਝ ਹੋਰ ਕਹਿੰਦੇ ਆ ਨਾ, ਜਦੋਂ ਦੂਸਰੇ ਪਿੰਡ 'ਚ ਜਾ ਕੇ ਕੁਝ ਹੋਰ ਕਹਿੰਦੇ ਆ, ਤੇ ਉੱਥੇ ਜਿਹੜੇ ਲੋਕੀ ਆ ਖੁਸਰ ਫੁਸਰ ਕਰਨ ਲੱਗ ਪੈਂਦੇ ਵੀ ਹਾਂ ਵੀ ਪਿਛਲੇ ਪਿੰਡ ਤਾਂ ਕੋਈ ਗੱਲ ਹੋਰ ਕਰਕੇ ਆਇਆ ਤੇ ਇਸ ਪਿੰਡ ਕੁਝ ਹੋਰ ਕਰ ਰਿਹਾ। ਸੋ ਇਸ ਕਰਕੇ ਇਹ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਤੋਂ ਸਾਨੂੰ ਦੂਰ ਰਹਿਣਾ ਸਰ, ਚਾਹੀਦਾ। ਪ੍ਰਧਾਨ ਜੀ ਨੇ ਜਿਹੜਾ ਸਵਾਲ ਕੀਤਾ ਕਿ ਤੁਸੀਂ ਆਮ ਆਦਮੀ ਪਾਰਟੀ ਜਾ ਰਹੇ ਜਾਂ ਨਹੀਂ ਜਾ ਰਹੇ? ਨਹੀਂ, ਮੈਂ ਤਾਂ ਕਿਹਾ ਵੀ ਬਿਲਕੁਲ ਨਹੀਂ ਜਾ ਰਿਹਾ। ਨਵਾਂਸ਼ਹਿਰ ਤੋਂ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਮੈਂ ਤਾਂ ਤੈਨੂੰ ਦੱਸਿਆ ਯਾਰ, ਮੈਨੂੰ ਗਾਂ ਮੋਹਾਲੀ ਕਹਿਣ ਡਏ ਆ। ਅੱਛਾ, ਮੋਹਾਲੀ ਤੋਂ ਗਾਂ ਤੁਸੀਂ ਮੈਨੂੰ ਰਾਜਪੁਰੇ, ਮੈਨੂੰ ਲੱਗਦਾ ਸ਼ੰਭੂ, ਨਵਾਂਸ਼ਹਿਰ ਤੋਂ ਕਿਹੜਾ ਹੋਦਾ? ਤੁਸੀਂ ਸ਼ੰਭੂ ਬਾਰਡਰ ਮੈਨੂੰ ਕੱਢ ਕੇ ਖਾਟੋਗੇ ਮੈਨੂੰ ਲੱਗਦਾ। ਪਾਰਟੀ ਜੁਆਇਨ ਕੀਤੀ ਤੁਸੀਂ? ਨਹੀਂ, ਮੈਂ ਉਹਦੇ ਤੇ ਤਾਂ ਕੀ ਕਮੈਂਟ ਕਰਨਾ। ਪੁਰਾਣੇ ਸਾਥੀ ਰਹੇ ਹੋ?
ਨਹੀਂ ਮੇਰੇ ਸਾਰੇ ਪੁਰਾਣੇ ਸਾਥੀ ਆ। ਮੇਰਾ ਭਗਵੰਤ ਮਾਨ, ਦੇਖੋ ਮੇਰਾ ਭਗਵੰਤ ਮਾਨ ਚੰਗਾ ਦੋਸਤ ਹੈ, ਮੇਰਾ ਭਗਵੰਤ ਮਾਨ ਚੰਗਾ ਦੋਸਤ ਹੈ। ਅੱਛਾ ਮੇਰੇ ਸੁਖਬੀਰ ਨਾਲ ਚੰਗੇ ਸੰਬੰਧ ਹੈ, ਮੈਂ ਕਦੋਂ ਕਹਿੰਦਾ? ਮੈਂ ਤਾਂ ਲੌਜੀਕਲ ਗੱਲ ਕਰਦਾ। ਮੇਰੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਚੰਗੇ ਸੰਬੰਧ ਹੈ, ਮੈਂ ਕਦੋਂ ਕਹਿੰਦਾ ਨਹੀਂ ਹੈਗੇ। ਪਰ ਗੱਲ ਜਿਹੜੀ ਲੌਜਿਕ ਦੀ ਆ ਉਹ ਗੱਲ ਠੀਕ ਹੈ। ਜੇ ਤੁਸੀਂ ਦੱਸ ਦਿਓ ਜੇ ਠੀਕ ਆ ਤਾਂ ਮੈਂ ਕਹਿ ਲੈਣਾ। ਸੀਤਾਫਲ ਵਾਲੇ ਮਾਮਲੇ 'ਚ ਤੁਹਾਡਾ ਨਾਮ ਨਹੀਂ ਆਇਆ। ਅੱਛਾ ਇੱਕ ਦੱਸਿਓ ਪ੍ਰਗਟ ਜੀ, ਇੱਕ ਦੱਸਿਓ ਤੁਹਾਨੂੰ ਲੱਗਦਾ ਜੀ ਇਹ ਜਿਹੜਾ ਭਗਵੰਤ ਮਾਨ ਨੂੰ ਸੀਐਮ ਫੇਸ ਲਿਆ ਰਹੇ ਆ ਇਹ ਪੰਜਾਬ ਦੇ ਲਈ ਠੀਕ ਹੈਗਾ? ਯਾਰ ਉਹ ਤਾਂ ਉਹਨਾਂ ਦੀ ਪਾਰਟੀ ਮੈਂ ਤੇ ਐਜ਼ ਅ ਪੋਲੀਟੀਸ਼ੀਅਨ ਪੁੱਛਦਾ ਮੈਂ। ਦੇਖੋ ਹਜੇ ਕਈ ਟਰਾਈ ਐਜ਼ ਅ ਨਹੀਂ। ਪੋਲੀਟੀਕਲ ਪਰਸਨ ਅੱਜ ਵੈਸੇ ਪੋਲੀਟੀਕਲੀ ਹਾਲਤ ਇਹ ਹੈਗੀ ਆ ਵੀ 2 ਸਰਕਾਰਾਂ ਤਾਂ ਰਾਜ ਕਰਕੇ ਉਸ ਲੈਵਲ ਤੇ ਪਹੁੰਚੀਆਂ, ਜੀ ਤੀਜੀ ਸਰਕਾਰ ਬਿਨਾਂ ਰਾਜ ਕੀਤੇ ਹੀ ਉਸ ਲੈਵਲ ਤੇ ਪਹੁੰਚ ਗਈ ਆ। ਤੀਜੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ, ਉਹ ਉਸ ਲੈਵਲ ਤੇ ਤਿੰਨੇ ਹੀ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਇੱਕੋ ਹੀ ਲੈਵਲ ਤੇ ਖੜੀਆਂ ਹੈਗੀਆਂ। ਦੇਖੋ ਲੋਕਾਂ ਦਾ ਟਰਸਟ ਡੈਫਿਸਿਟ ਹੈਗਾ ਪੋਲੀਟੀਕਲ ਸਿਸਟਮ ਤੋਂ। ਇਹ ਜੋ ਵੀ ਹੋ ਰਿਹਾ ਇਹ ਬਹੁਤ ਚੰਗਾ ਨਹੀਂ ਹੋ ਰਿਹਾ ਪੰਜਾਬ ਲਈ। ਆਉਣ ਵਾਲੇ ਸਮੇਂ ਪਾਰਟੀ ਦਾ ਗੇਨ ਹੋਇਆ ਪੰਜਾਬ 'ਚ। ਨਹੀਂ ਮੈਨੂੰ ਗੇਨ ਦਾ ਨਹੀਂ ਪਤਾ। ਬਰਾਬਰ ਕਹਿਤਾ ਨਹੀਂ ਮੇਰੇ ਕਹਿਣ ਦਾ ਮਤਲਬ ਸਾਰੀਆਂ ਹੀ ਜਿਹੜੀਆਂ ਪਾਰਟੀਆਂ ਉਸ ਲੈਵਲ ਤੇ ਖੜੀਆਂ ਜਿੱਥੇ ਟਰਸਟ ਡੈਫਿਸਿਟ। ਬੀਜੇਪੀ ਤਾਂ ਹੁਣ ਮੈਨੂੰ ਲੱਗਦਾ ਕਿਤੇ ਵੰਡ ਜੋਗੇ ਵੀ ਹੈ ਨਹੀਂਗੇ, ਉਹ ਤਾਂ ਆਲੇ ਦੁਆਲੇ ਕਈ ਕੁਝ, ਕਿਉਂਕਿ ਅਲਟੀਮੇਟਲੀ ਅਸੀਂ ਕੀਤਾ ਕੀ ਹੈ। ਜਿਹੜਾ ਨਾ ਮੈਂ ਪੁੱਛ ਰਿਹਾ ਸਵਾਲ ਵਿੱਚ ਰਹਿ ਗਿਆ ਵੀ ਭਗਵੰਤ ਮਾਨ ਜਿਹੜਾ ਗੁੱਡ ਫੇਸ ਰਹੇਗਾ ਪੰਜਾਬ ਦਾ ਸੀਐਮ ਦਾ ਐਜ਼ ਅ ਪੋਲੀਟੀਸ਼ੀਅਨ, ਨਾਟ ਐਜ਼ ਅ ਕਾਂਗਰਸੀ? ਦੇਖੋ ਉਹ ਤਾਂ ਉਹਨਾਂ ਦੀ ਪਾਰਟੀ ਦਾ ਡਿਸੀਜਨ। ਹੂ ਐਮ ਆਈ ਟੂ ਟੈਲ ਕਿ ਹਾਂ ਬਈ ਦੇਖੋ ਐਜ਼ ਅ ਫਰੈਂਡ ਦੱਸ ਦਿਓ ਤੁਹਾਡਾ ਫਰੈਂਡ ਕੀ ਹੈ। ਦੇਖੋ ਗੱਲ ਇਹ ਆ ਕਿ ਉਹ ਦੇਖੋ ਕਮੇਡੀਅਨ ਹੈਗਾ ਉਹਦਾ ਪ੍ਰੋਫੈਸ਼ਨ। ਹੁਣ ਮੇਰਾ ਪ੍ਰੋਫੈਸ਼ਨ ਸਪੋਰਟਸ ਦਾ ਹੈਗਾ। ਦੀ ਗੱਲ ਕਰ ਰਹੇ ਯਾਰ ਮੈਂ ਜਿਹੜੀ ਗੱਲ ਕਮੇਡੀਅਨ ਦੀ ਸੀ ਨਹੀਂ ਮੈਂ ਇਹ ਨਹੀਂ ਗੱਲ ਕਰਦਾ। ਮੈਂ ਕਹਿੰਦਾ ਮੇਰਾ ਪ੍ਰੋਫੈਸ਼ਨ ਸਪੋਰਟਸ ਸੀਗਾ, ਉਹਦੇ ਤੋਂ ਬਾਅਦ ਮੈਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਇਆ। ਇਹ ਤਾਂ ਜੋ ਤੁਸੀਂ ਗੇਨ ਕਰੀ ਜਾਂਦੇ ਆ ਥਰੂ ਆਊਟ ਲਾਈਫ, ਉਹ ਤੁਹਾਡਾ ਇੱਕ ਸਰਮਾਇਆ ਬਣੀ ਜਾਂਦਾ। ਤੁਸੀਂ ਹਾਊ ਯੂ ਥਿੰਕ ਐਂਡ ਹਾਊ ਯੂ ਡਿਲੀਵਰ। ਸਰ ਮੈਨੂੰ ਇੱਕ ਗੱਲ ਦੱਸੋ, there is a trust deficit, do you mean that there is a trust deficit in the Congress as well? ਨਹੀਂ ਸਾਰੀਆਂ ਪੋਲੀਟੀਕਲ, ਜਦੋਂ ਮੈਂ ਪਾਰਟੀਆਂ ਪੋਲੀਟੀਕਲ ਦੀ ਗੱਲ ਕਰਦਾ For 2022 ਤੁਹਾਨੂੰ ਕੀ ਦਿਸ ਰਿਹਾ ਉਸ ਤੇ? ਨਹੀਂ ਮੈਨੂੰ ਇਹ ਦਿਸ ਰਿਹਾ ਕਿ ਜੋ ਅੱਜ ਦੇ ਹਾਲਾਤ ਹੈਗੇ ਆ ਇਹ ਪੋਲੀਟੀਕਲੀ ਕਿਓਸ ਕ੍ਰੀਏਟ ਹੋਣ ਵਾਲਾ, ਜਿਹੜਾ ਕਿ ਪੰਜਾਬ ਅਫੋਰਡ ਨਹੀਂ ਕਰਦਾ। ਪੰਜਾਬ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ ਆ। ਇਹਦੇ ਵਿੱਚ ਕਲੀਅਰ ਕੱਟ ਜਿਹੜੀ ਆ ਉਹ ਵਿਜ਼ਨ ਹੋਣੀ ਚਾਹੀਦੀ ਆ, ਔਰ ਕਲੀਅਰ ਕੱਟ ਇਹਦੇ ਵਿੱਚ ਜਿਸ ਵੀ ਪਾਰਟੀ ਨੂੰ ਮੈਜੋਰਟੀ ਮਿਲੇ ਤਾਂ ਕਿ ਉਸ ਪਾਰਟੀ ਦਾ ਬੇਸਿਕਲੀ ਏਜੰਡਾ ਜਿਹੜਾ, ਕਿਉਂਕਿ ਜਦੋਂ ਇਦਾਂ ਦਾ ਕਿਓਸ ਹੁੰਦਾ ਤੇ ਪੋਲੀਟੀਕਲੀ ਉਸ ਸੂਬੇ ਦਾ ਜਾਂ ਉਸ ਦੇਸ਼ ਦਾ ਨੁਕਸਾਨ ਬਹੁਤ ਹੋ ਜਾਂਦਾ। ਮੈਨੂੰ ਤਾਂ ਇਹ ਫੀਲਿੰਗ ਹੈ। Since you're with the Congress party, where do you think the Congress stands in the 2022 election? ਦੇਖੋ ਅਸੀਂ ਇੰਪਰੂਵ ਕਰ ਲਾਂਗੇ। ਦੇਖੋ there is always chance of improvement। ਇਹ ਨਹੀਂ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਕਦੀ ਇੰਪਰੂਵ ਨਹੀਂ ਹੁੰਦਾ, ਇੰਪਰੂਵਮੈਂਟ ਦੇ ਹਮੇਸ਼ਾ ਚਾਂਸ ਰਹਿੰਦੇ ਆ। ਔਰ ਬੀਇੰਗ ਏ ਸਪੋਰਟਸਮੈਨ ਮੈਂ ਤਾਂ ਹਮੇਸ਼ਾ ਇਹ ਦੇਖਿਆ ਵੀ ਲਾਸਟ ਮੂਵਮੈਂਟ ਵੀ, ਲਾਸਟ ਸੈਕਿੰਡ ਆਫ ਦਾ ਮੈਚ ਇਜ਼ ਇੰਪੋਰਟੈਂਟ। ਸੋ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈਗੀਆਂ। ਪਰ ਸਰ ਜਿੰਨੀ ਆਪਸੀ ਕੈਪਟਨ ਅਮਰਿੰਦਰ ਸਿੰਘ ਵਾਡੂ ਜੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਚ ਕਾਂਗਰਸ ਤੁਹਾਨੂੰ ਕੀ ਲੱਗਦਾ 6 ਮਹੀਨੇ ਚ ਕਵਰ ਅਪ ਕਰ ਜਾਏਗੀ? ਅੱਜ ਦੀ ਪਰਸੈਪਸ਼ਨ ਨਹੀਂ ਹੈਗੀ। ਮੈਂ ਤਾਂ ਬੜੀ ਵਾਰੀ ਕਿਹਾ ਉਹਨੇ ਕਹਿਣਾ ਵੀ ਕਰ ਸਕਦੇ ਆ। ਮੈਂ ਕਹਿੰਦਾ ਜੇ ਕਰਨ ਨੂੰ ਜੇ ਕਰੀਏ ਤਾਂ ਕੋਈ ਪ੍ਰੋਬਲਮ ਤਾਂ ਹੈ ਨਹੀਂ ਗੀ। ਮੈਂ ਤਾਂ ਕਹਿੰਦਾ ਜਦੋਂ ਕਰੀਏ ਤਾਂ ਕੋਈ ਪ੍ਰੋਬਲਮ ਥੋੜੀ ਹੈ, ਪਰ ਅੱਜ ਦੀ ਪਰਸੈਪਸ਼ਨ ਨਹੀਂ ਹੈਗੀ। ਸਰ ਬਟ ਜਿੰਨੀ ਆਪਸੀ ਕਲੇਸ਼ ਚੱਲ ਰਹੀ ਹੈ ਕਾਂਗਰਸ ਦੇ ਵਿੱਚ, ਕੋਈ ਕਿਸੇ ਤੇ ਤੰਜ ਕੱਸ ਰਿਹਾ, ਕੋਈ ਕਿਸੇ ਨੂੰ ਮੈਂ ਮਾੜਾ ਤਾਂ- ਚੰਗਾ ਬੋਲ ਰਿਹਾ, ਸੋ ਕਿੱਦਾਂ ਇੰਪਰੂਵਮੈਂਟ ਹੋਏਗੀ ਸਰ? ਕਿਸੇ ਤੇ ਆਪਸੀ- ਮੈਂ ਤਾਂ ਕਿਸੇ ਤੇ ਤੰਜ ਨਹੀਂ ਚੱਕ ਰਿਹਾ। ਮੈਂ ਤਾਂ ਬੇਸਿਕਲੀ ਗੱਲ ਹੀ ਸਿਸਟਮ ਦੀ ਕੀਤੀ ਆ। ਮੈਂ ਕਹਿੰਦਾ ਵੀ ਆਪਾਂ ਪਰਸਨੈਲਿਟੀਜ਼ ਦੀ ਰਾਜਨੀਤੀ ਨੂੰ ਛੱਡ ਕੇ ਇਸ਼ੂਜ਼ ਦੀ ਰਾਜਨੀਤੀ, ਮੈਂ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਇਸੇ ਕਰਕੇ ਬੇਨਤੀ ਕੀਤੀ ਆ ਵੀ ਤੁਸੀਂ ਐਕਚੁਅਲੀ ਕੀ ਆ ਕਿ 2 ਧੜੇ ਬਣਾ ਦਿੰਦੇ ਆ, 2 ਬੰਦਿਆਂ ਦੇ ਉੱਤੇ ਫੋਕਸ ਕਰ ਦਿੰਦੇ ਆ। ਐਕਚੁਅਲੀ ਜਿੱਥੇ ਵੀ ਵਨ ਮੈਨ, ਜਿੱਥੇ ਵੀ ਕਿਤੇ ਨਾ ਪੋਲਿਟਿਕਸ ਹੋਈ ਆ ਨਾ, ਹੁਣ ਦਿੱਲੀ ਮੋਦੀ ਦਾ ਕੀ ਹੋਇਆ? ਅਸੀਂ ਇੱਕ ਚਿਹਰਾ ਬਣਾਤਾ ਵੀ ਚਿਹਰਾ ਉਹ ਚਿਹਰੇ ਨੇ ਡਿਲੀਵਰ ਨਹੀਂ ਕੀਤਾ। ਵੈਸੇ ਇਕੱਲਾ ਬੰਦਾ ਡਿਲੀਵਰ ਹੀ ਨਹੀਂ ਕਰ ਸਕਦਾ, ਕਿਉਂਕਿ ਇਹ ਕੋਈ ਰੌਲਾ ਨਹੀਂ ਹੈ। ਉਹਦੀ ਹਾਂ ਡਾਇਰੈਕਸ਼ਨ ਹੁੰਦੀ ਆ, ਬਟ ਇਟ ਇਜ਼ ਅਲਟੀਮੇਟਲੀ ਅ ਟੀਮ। ਪਰ ਸਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨਾਲ ਕੀਤੇ ਹੋਏ ਵਾਅਦੇ ਜਿਹੜੇ ਮੈਨੀਫੈਸਟੋ 'ਚ ਸੀ ਉਹ ਸਾਰੇ ਪੂਰੇ ਹੋਏ ਨੇ? ਨਹੀਂ ਮੈਂ ਤਾਂ ਕਦੋਂ ਕਹਿੰਦਾ ਵੀ ਹਜੇ ਪੂਰੇ ਹੋਏ ਆ। ਕੁਝ ਪੂਰੇ ਹੋਏ ਵੀ ਆ, ਮੈਂ ਨਹੀਂ ਕਹਿੰਦਾ ਨਹੀਂ ਹੋਏ, ਕੁਝ ਪੂਰੇ ਹੋਏ ਵੀ ਆ, ਕੁਝ ਦੀ ਜ਼ਰੂਰਤ ਹੈਗੀ ਆ। ਪ੍ਰਗਟ ਜੀ 2022 ਜਲੰਧਰ ਕੈਂਟ, ਪ੍ਰਗਟ ਸਿੰਘ ਵਰਸਸ 올림픽ਨ ਸੋਢੀ ਵਰਸਸ ਕ੍ਰਿਕਟਰ ਹਰਭਜਨ ਸਿੰਘ। ਯਾਰ ਜਿਹੜਾ ਮਰਜੀ ਆ ਜਾਵੇ। ਮੈਂ ਤਾਂ ਜਦੋਂ ਮੈਂ ਡੀਐਸਪੀ ਭਰਤੀ ਹੋਇਆ ਸੀ ਨਾ, ਪੁਲਿਸ 'ਚ ਕੋਈ ਸਪੋਰਟਸਮੈਨ ਡੀਐਸਪੀ ਨਹੀਂ ਭਰਤੀ ਹੋਇਆ ਸੀ, ਤੇ ਉਹਦੇ ਤੋਂ ਬਾਅਦ ਡੀਐਸਪੀ ਬਹੁਤ ਭਰਤੀ ਹੋਏ। ਇਟ ਇਜ਼ ਏ ਵੇ, ਕਿਉਂਕਿ ਮੈਂ ਸਾਰੀ ਉਮਰ ਕਿਤੇ ਬੈਠੇ ਰਹਿਣਾ। ਕਿਸੇ ਨੇ ਤੁਸੀਂ ਦੱਸੋ ਵੀ ਜਿਸ ਚੈਨਲ 'ਚ ਤੁਸੀਂ ਹੈਗੇ ਆ ਤੁਸੀਂ ਉੱਥੇ ਸਾਰੀ ਉਮਰ ਬੈਠੇ ਰਹਿਣਾ?
ਇਹ ਤਾਂ ਇਟ ਇਜ਼ ਏ ਆਨਗੋਇੰਗ ਪ੍ਰੋਸੈਸ, ਜਿਹਦੇ ਵਿੱਚ ਚੰਗੇ ਬੰਦੇ ਆਉਣੇ, ਯੰਗਸਟਰਸ ਆਉਣ, ਯੰਗਸਟਰਸ ਆ ਕੇ ਚੰਗਾ ਕੰਮ ਕਰਨ, ਦੈਟ ਇਜ਼ ਦਾ ਵਿਸ਼। ਕਿਉਂਕਿ ਮੇਰੀ ਇਹ ਵਿਸ਼ ਨਹੀਂ ਹੈਗੀ ਕਿ ਕਾਂਗਰਸ ਪਾਰਟੀ ਤੁਹਾਨੂੰ ਜਲੰਧਰ ਹਲਕੇ ਤੋਂ ਕੈਂਟ ਤੋਂ ਟਿਕਟ ਨਹੀਂ ਦਿੰਦੀ ਤੇ ਤੁਸੀਂ ਇੱਥੋਂ ਹਲਕੇ ਤੋਂ ਯਾਰ ਹੁਣ ਤਾਂ ਚੋਣ ਲੜੋਗੇ ਕਿ ਤੁਸੀਂ ਨਹੀਂ? ਯਾਰ ਹੁਣ ਤੁਸੀਂ ਗਾਂ ਹੀ ਵਧੀ ਜਾਂਦੇ ਇਹ ਆ। ਸਰ ਹਲਕੇ ਤੋਂ ਅੱਜ ਹਜੇ ਅੱਜ ਤੱਕ ਤਾਂ ਮੈਂ ਹੈਗਾ ਨਾ। ਤੁਸੀਂ ਕਾਹਨੂੰ ਕਢਾਉਣ ਲਈ ਤੁਰੇ ਜਾਂਦੇ ਆ। ਅਜੇ ਇੱਕ ਸਰ ਦੱਸਿਓ, ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਅਪੀਲ ਕੀਤੀ ਗਈ ਹੈ ਪੋਲੀਟੀਕਲ ਪਾਰਟੀਆਂ ਨੂੰ ਵੀ ਜਿੰਨਾ ਚਿਰ ਸਾਡਾ ਮਸਲਾ ਨਹੀਂ ਹੱਲ ਹੁੰਦਾ ਉਹਨਾਂ ਚਿਰ ਸਾਡੇ ਇਲਾਕਿਆਂ 'ਚ ਨਾ ਆਉਣ। ਨਹੀਂ, ਬਾਅਦ ਚ ਡਿਨਾਈ ਕਰ ਦਿੱਤਾ। ਉਹਨੇ ਕਿਹਾ ਜਿਹੜੀਆਂ ਬੀਜੇਪੀ ਦੀਆਂ ਲਾਈਡ ਹੈਗੀਆਂ ਉਹਨਾਂ ਨੂੰ ਨਾ ਆਉਣ। ਮੈਂ ਤਾਂ ਯਾਰ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ, ਅਕ੍ਰੋਸ ਦਾ ਪਾਰਟੀ ਲਾਈਨ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕੋ ਜਿਹੀਆਂ, ਬੰਦਾ ਚੰਗਾ ਦੇਖ ਲੈਣ ਲੋਕੀ। ਜੇ ਬੰਦਾ ਨਹੀਂ ਨਾ ਚੰਗਾ, ਕਿਉਂਕਿ ਲਾਈਨ ਟੋ ਕਰਨ ਵਾਲੇ, ਕਿਉਂਕਿ ਉੱਥੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਬੰਦੇ ਲਾਈਨ ਟੋ ਕਰਦੇ ਆ, ਆਪਣੀ ਗੱਲ ਵੀ ਕਹਿ ਨਹੀਂ ਸਕਦੇ। ਜੇ ਗੱਲ ਨਹੀਂ ਕਹਿ ਸਕਦੇ, ਇੰਟਰਨਲ ਡੈਮੋਕ੍ਰੇਸੀ ਜਿੰਨਾ ਚਿਰ ਸਟਰੋਂਗ ਨਹੀਂ ਹੋਊਗੀ ਉਨਾ ਚਿਰ ਸਾਡੇ ਸਿਸਟਮ A ਆ ਜਾਵੇ, B ਆ ਜਾਵੇ, C ਆ ਜਾਵੇ, ਹਾਰਡਲੀ ਮੈਟਰ। ਬਟ ਜਿੰਨਾ ਚਿਰ ਅਸੀਂ ਸਿਸਟਮ ਤੇ ਪਹਿਰਾ ਨਹੀਂ ਦਿੰਦੇ ਉਨਾ ਚਿਰ, ਔਰ ਸਿਸਟਮ ਤੇ ਪਹਿਰਾ ਕਿੱਦਾਂ ਦਿੱਤਾ ਜਾ ਸਕਦਾ? ਇੱਕ ਬੰਦਾ ਚੰਗਾ, ਇੱਕ ਕਿਰਦਾਰ। ਜੇ ਕਿਰਦਾਰ ਚੰਗਾ ਨਹੀਂ ਹੈ ਤਾਂ ਉਹ ਅਲਟੀਮੇਟਲੀ ਉਹ ਫਿਜ਼ਲ ਆਊਟ ਕਰ ਜੂਗਾ। 1 ਸਾਲ ਤੋਂ ਬਾਅਦ ਬੀਜੇਪੀ ਲੀਡਰਾਂ ਨੂੰ ਹੁਣ ਕਿਸਾਨਾਂ ਦੀ ਯਾਦ ਆ ਗਈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਬਾਰੇ ਕੀ ਹੁਣ ਕਹੀਏ, ਕੀ ਤੁਸੀਂ ਦੱਸ ਦਿਓ। ਜਿੱਦਾਂ ਇਲੈਕਸ਼ਨ ਆ ਰਹੇ ਆ, ਬੀਜੇਪੀ ਲੀਡਰ ਵੀ ਕਹਿ ਰਹੇ ਕਿ ਉਹ ਤਾਂ ਦਿੱਲੀ ਵਾਲਿਆਂ ਨੂੰ ਦੇਖੋ, ਅਲਟੀਮੇਟਲੀ ਦੇਖੋ, ਜਿਹੜੀਆਂ ਕਿਸਾਨਾਂ ਨੇ ਮਿਸਾਲ ਪੇਸ਼ ਕੀਤੀ ਆ ਪੀਸਫੁਲ, ਕਿਉਂਕਿ ਉੱਥੇ ਵੀ ਬਹੁਤ ਜਿਹੜਾ ਆਪਾਂ ਚਲੋ ਕੋਈ ਗੁੱਸਾ ਤੁਹਾਡੇ ਚੋਂ ਬਿਨਾਂ ਕਰ ਜਾਵੇ ਵੀ ਜਿਹੜਾ ਗੋਦੀ ਮੀਡੀਆ ਆ ਉਹਨਾਂ ਨੇ ਕਦੀ ਖਾਲਿਸਤਾਨ ਦੇ ਨਾਂ ਤੇ, ਕਦੀ ਕਿਸੇ ਚੀਜ਼ ਦੇ ਨਾਂ ਤੇ, ਕਦੀ ਕਿਸੇ ਚੀਜ਼ ਦੇ ਨਾਂ ਤੇ। ਪੰਜਾਬ ਪੰਜਾਬੀਅਤ ਦਾ ਆ, ਪੰਜਾਬ ਪੰਜਾਬੀਆਂ ਦਾ ਆ। ਮੈਨੂੰ ਅੱਜ ਤੱਕ ਕਦੀ ਨਹੀਂ ਲੱਗਿਆ ਵੀ ਕੌਣ ਹਿੰਦੂ ਆ, ਕੌਣ ਸਿੱਖ ਆ, ਕੌਣ ਮੁਸਲਮਾਨ ਆ, ਕੌਣ ਈਸਾਈ ਆ। ਆਪਾਂ ਕਿਹੜੀ ਫਿਲਾਸਫੀ ਤੇ ਬੈਠੇ ਆ। ਔਰ ਕਈ ਫੈਮਲੀਆਂ ਜਿਹੜੀਆਂ ਟੈਰੋਰਿਜ਼ਮ ਦੇ ਟਾਈਮ ਇੱਥੋਂ ਚਲੇ ਗਈਆਂ ਸੀਗੀਆਂ, ਉਹ ਵਾਪਸ ਇੱਥੇ ਆਈਆਂ ਕਿਉਂਕਿ ਪੰਜਾਬੀਆਂ ਦਾ ਸਟਾਈਲ ਹੀ ਰਹਿਣ ਦਾ ਡਿਫਰੈਂਟ ਆ। ਉਹਨਾਂ ਨੂੰ ਜਾ ਕੇ ਦੂਜੇ ਸੂਬਿਆਂ ਦੇ ਵਿੱਚ ਕਿਤੇ ਉਹਨਾਂ ਦਾ ਜਿਹੜਾ ਰਹਿਣ ਸਹਿਣ ਹੀ ਨਹੀਂ ਠੀਕ ਲੱਗਦਾ, ਕਿਉਂਕਿ ਆਪਾਂ ਜਿੱਦਾਂ ਰਹਿੰਦੇ ਆ, ਆਪਣੀ ਫਿਲਾਸਫੀ, ਆਪਣੀ ਸੋਚ ਹੋਰ ਹੈਗੀ ਆ। ਇਹ ਤਾਂ ਸਾਨੂੰ ਕਿਤੇ ਨਾ ਕਿਤੇ ਸ਼ਰਾਰਤ ਕਰਕੇ ਹਮੇਸ਼ਾ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਮੈਨੂੰ ਨਹੀਂ ਲੱਗਦਾ ਕਿ ਉਸ ਫਿਲਾਸਫੀ ਨੂੰ ਵੰਡਿਆ ਜਾ ਸਕਦਾ ਐਜ਼ ਏ ਹਿਊਮਨ ਬੀਇੰਗ। ਠੀਕ ਹੈ ਜੀ, ਥੈਂਕ ਯੂ ਸਰ। ਤੁਸੀਂ ਹੁਣ ਕਿਹਾ ਕਿ ਇਸ ਵੇਲੇ ਕਾਂਗਰਸ ਦੇ ਰਿਗਾਰਡਿੰਗ ਪਰਸੈਪਸ਼ਨ ਨਹੀਂ, 2022 ਦੇ ਕੰਟੈਕਸਟ ਵਿੱਚ ਕਿਹਾ ਤੁਸੀਂ ਕਿਹਾ ਪਰਸੈਪਸ਼ਨ ਨਹੀਂ ਹੈ। ਵਾਟ ਡੂ ਯੂ ਥਿੰਕ ਇਜ਼ ਰੀਜ਼ਨ ਫॉर दैट? ਆਪਾਂ ਹੁਣ ਕਿਹੜੀ ਮੈਡਮ, ਆਪਾਂ ਕਿਹੜੀ ਰਾਮਾਇਣ ਪੜ੍ਹਦੇ ਹਟੇ ਆ? ਆਹ ਹੀ ਗੱਲਾਂ ਸੀਗੀਆਂ ਜਿਹੜੀਆਂ ਮੈਂ ਕੀਤੀਆਂ ਸੀਗੀਆਂ। ਬੇਸਿਕ ਇਸ਼ੂਜ਼ ਬੇਸਿਕਲੀ ਦੇਖੋ, ਤੁਹਾਡੇ ਕੋਲ ਤੁਸੀਂ ਨੰਬਰ ਦੇ ਦਿਓ, ਮੈਂ ਤੁਹਾਨੂੰ ਇੱਕ ਚਿੱਠੀ ਭੇਜੂੰਗਾ ਜਿਹੜੀ ਮੈਂ 2019 ਚ ਲਿਖੀ ਸੀ। ਉਹਦੇ ਵਿੱਚ ਜਿਹੜੇ 7-8 ਇਸ਼ੂ ਆ ਉਹ ਸਟਿਲ ਅਜੇ ਸਟੈਂਡ ਕਰਦੇ। ਮੈਂ ਤਾਂ ਰੌਲਾ ਹੀ ਉਹ ਪਾਉਣਾ ਹੈ, ਮੈਂ ਤਾਂ ਰੌਲਾ ਹੀ ਉਸ ਚੀਜ਼ ਦਾ ਪਾਉਣਾ ਕਿ ਆਪਾਂ ਮਾਈਨਿੰਗ ਤੇ ਕੰਮ ਨਹੀਂ ਕੀਤਾ, ਆਪਾਂ ਪਾਵਰ ਪਰਚੇਜ਼ ਐਗਰੀਮੈਂਟਸ ਤੇ ਕੰਮ ਨਹੀਂ ਕੀਤਾ, ਆਪਾਂ 31,000 ਕਰੋੜ ਤੇ ਕੰਮ ਨਹੀਂ ਕੀਤਾ। ਮੇਰਾ ਇਸ਼ੂ ਤਾਂ ਇੰਨਾ ਹੀ ਹੈ। ਥੈਂਕ ਯੂ।